अस्सलाम वालेकुम ख़ातिन हज़रात, मैं हूँ इसरार अहमद कसाना। आज आपने देखा कि हमने मुख्तलिफ़ शोज़ किए हैं इस हवाले से, जो कि मोदी साहब का ट्रिप हुआ है यूनाइटेड स्टेट्स का। उसमें उन्होंने मुलाकात की है जो बाइडेन से, और उन्होंने वहाँ पे मुख्तलिफ़ दीगर जो लोग हैं उनसे भी मुलाकातें की हैं, और यूएन की भी जो उनकी स्पीच है उसका भी ज़रा तजिया करने की कोशिश करेंगे, और ख़ास तौर पे इस पर्सपेक्टिव में करेंगे कि जो ह्यूमन राइट्स सिचुएशन इंडिया में इस वक्त हमें नज़र आ रही है वो बहुत ही ख़तरनाक है। वो किसी भी मुल्क के लिए कोई अच्छी बात नहीं हो सकती जो वहाँ पे सिचुएशन नज़र आ रही, जो मिनॉरिटीज़ के साथ वहाँ पे हो रहा है, उसका भी ज़रा तज्ज़िया करेंगे। लेकिन आज का जो प्रोग्राम है वो हम पंजाबी में करेंगे। वो इसलिए कि आज हमारे साथ मेहमान होंगे जो अमेरिकन सिख काउंसिल के साथ मुंसलिक हैं, और अमेरिका ही की मुख्तलिफ स्टेट से हम उनको बुलाएँगे, उनसे बातचीत करेंगे। उनको पहले भी हमारे शोज़ में देख चुके हुए हैं, आज उनसे बात करेंगे और उनसे पूछेंगे कि वो इस हवाले से क्या सोचते हैं। सबसे पहले हमारे साथ मौजूद हैं जसबीर कौर साहिबा, जो कि अमेरिकन सिख काउंसिल की प्रेसिडेंट हैं। उनसे ज़रा बात करेंगे, और फिर उनके साथ तशरीफ़ रखते हैं गुरदास सिंह उदास साहब। गुरदास सिंह दास साहब जो हैं, ये भी अमेरिकन सिख काउंसिल के साथ अटैच्ड रहे हैं, इस वक्त भी बोर्ड मेंबर हैं, लेकिन फॉर्मर प्रेसिडेंट भी हैं। तो उनके साथ भी इंटरेक्शन करेंगे और उनसे पूछेंगे कि वो इस हवाले से क्या सोचते हैं। और फिर एज़ यूजुअल हमारे साथ मौजूद हैं जनाब कवनीत सिंह साहब, जो कि अमेरिकन सिख काउंसिल ही के एडवोकेसी एंड रिसोर्स ऑफिसर हैं। तो बड़ा ही रिच पैनल और बहुत ही पर्टिनेंट पैनल आज हमारे साथ मौजूद है। इनसे बात करेंगे। सबसे पहले जसबीर भैन जी, तुसीं जरा दसना जी कि ऐसे ਜਿਹੜੀ सूरत हाल ਅਸੀਂ देख रहे हैं, ਉਹਦੇ 'ਚ ਸਾਨੂੰ पिछली दफ़ा भी ਅਸੀਂ ਗੱਲ ਕੀਤੀ ਸੀ कि कोई उम्मीद नज़र नहीं आ रही सो फार एज दी ह्यूमन राइट्स सिचुएशन इज कंसर्नड। और ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਦਿਨ ਬ ਦਿਨ ਤੁਸੀਂ ਫਾਰਮਰਸ ਪ੍ਰੋਟੈਸਟ ਦੇਖ ਲਓ, ਉਹ ਵੀ ਚੱਲ ਰਿਹਾ ਹੈਗਾ। ਉਹਨੂੰ ਤੇ ਲਿਫਟ ਹੀ ਨਹੀਂ ਕਰਾ ਰਹੀ ਹਕੂਮਤ ਕੇ ਬਈ ਉਹਨਾਂ ਦੀ ਗੱਲ ਹੀ ਸੁਣ ਲਵੋ, ਉਹਨਾਂ ਨੂੰ ਬੁਲਾ ਕੇ ਪੁੱਛ ਲਓ ਕਿ ਤੁਹਾਡੇ ਮੁੱਦੇ ਕੀ ਨੇ। ਫਿਰ ਅਸੀਂ ਮਿਨੋਰਿਟੀਜ਼ ਦੂਸਰੀ ਨੂੰ ਦੇਖ ਰਹੇ ਹਾਂ, ਮੁਸਲਮਾਨਾਂ ਨਾਲ ਕੀ ਹੋਇਆ। ਤੁਸੀਂ ਕੱਲ ਦੇਖਿਆ ਅਸਾਮ ਦੇ ਵਿੱਚ ਕੀ ਹੋਇਆ ਕਿ ਇੱਕ ਮੁਸਲਮਾਨ ਨੂੰ ਪਹਿਲੇ ਮਾਰਿਆ ਔਰ ਫਿਰ ਉਹਦੇ ਤੇ ਨੱਚਣ ਦੀ ਕੋਸ਼ਿਸ਼ ਕੀਤੀ ਉਹ ਫੋਟੋਗ੍ਰਾਫਰ ਨੇ ਔਰ ਦੂਸਰਿਆਂ ਨੇ। ਉੱਥੋਂ ਕੀ ਨਜ਼ਰ ਆਉਂਦਾ ਹੈ ਕਿ ਇੰਨੀ ਨਫ਼ਰਤ ਪੈਦਾ ਹੋ ਗਈ ਹੈ ਮਿਨੋਰਿਟੀਜ਼ ਦੇ ਮੁਤਲਕ। तो यह सिचुएशन जी है किस तरह चल रही है, ਤੁਹਾਡੀ ਅਮਰੀਕਨ ਸਿੱਖ ਕਾਉਂਸਲ ਇਸ ਬਾਰੇ ਕੀ ਕਰ ਰਹੀ ਹੈ, ਔਰ ਮੋਦੀ ਸਾਹਿਬ ਦਾ ਜਿਹੜਾ ਟ੍ਰਿਪ ਹੈ, ਸਾਰੀਆਂ ਚੀਜ਼ਾਂ ਮੈਂ ਇਕੱਠੀਆਂ ਤੁਹਾਡੇ ਤੇ ਪਾ ਰਿਹਾ ਹਾਂ ਕਿ ਜ਼ਰਾ ਇਹਨਾਂ ਦਾ ਜਵਾਬ ਦਿਓ ਕਿ ਕਿਸ ਤਰ੍ਹਾਂ ਇਹਨਾਂ ਨੂੰ ਹੈਂਡਲ ਕੀਤਾ ਜਾਏਗਾ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਔਰ ਆਪ ਜੀ ਦੇ ਇਸ ਟੀਵੀ ਮਾਧਿਅਮ ਦੇ ਰਾਹੀਂ ਆਪ ਜੀ ਨੇ ਇਸ ਸਾਡੀ ਆਵਾਜ਼ ਨੂੰ ਆਵਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸ਼ੁਕਰੀਆ, ਧੰਨਵਾਦ ਜੀ। ਜਿਹੜੀ ਤੁਸੀਂ ਗੱਲ ਕੀਤੀ ਹੈ ਮੋਦੀ ਦੇ ਬਾਰੇ, ਮੋਦੀ ਕੋਈ ਸਾਬ ਸੂਬ ਤੇ ਮੈਂ ਨਹੀਂ ਕਹਾਂਗੀ, ਕਿਉਂਕਿ ਉਹ ਕੱਲਾ ਬੰਦਾ ਜਿਹੜਾ ਹੈ ਉਹ ਜਿਸ ਉਹ ਕੁਰਸੀ ਤੇ ਬੈਠਾ ਉਹਦੇ ਉਹ ਲਾਇਕ ਨਹੀਂ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਸਾਨੂੰ ਗੁਰਾਂ ਨੇ ਸਾਡੇ ਜਿਹੜੇ, ਕਿਉਂਕਿ ਅਸੀਂ ਉਸ ਖਿੱਤੇ ਚੋਂ ਆ, ਪੰਜਾਬ ਚੋਂ, ਜਿੱਥੋਂ ਸਾਡੇ ਗੁਰੂ ਪੀਰ ਜਿਹੜੇ ਸਾਡੇ ਵਾਹਿਦ, ਸਾਡੇ ਵਲੀ ਅੱਲਾ, ਪੀਰ ਔਲੀਏ, ਜੋ ਮਰਜੀ ਕਹਿ ਲਓ, ਉਹ ਸਾਨੂੰ ਸਿਖਾਉਂਦੇ ਆ ਵੀ ਤੁਸੀਂ ਕਿਹੋ ਜਿਹੇ ਫੈਸਲੇ ਕਰੋ। ਉਹ ਸਾਨੂੰ ਸਿਖਾਇਆ ਗਿਆ ਕਿ ਤਖਤ ਬਹਿ ਤਖਤੇ ਕੀ ਲਾਇਕ, ਤੇ ਤਖਤ ਦੇ ਲਾਇਕ ਜਿਹੜਾ ਹੋਵੇ ਉਹਨੂੰ ਤਖਤ ਤੇ ਬੈਠਣਾ ਚਾਹੀਦਾ। ਅਦਰਵਾਈਜ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੈਸਲਾ ਦਿੱਤਾ ਹੋਇਆ ਵੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਫਿਰ ਉਹ ਕਹਿੰਦੇ ਚਾਕਰ ਨਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓਂ ਚੱਟ ਜਾਓ। ਇਹਦਾ ਮਤਲਬ ਇਹ ਹੈ ਵੀ ਅੱਜ ਕੱਲ ਦੇ ਰਾਜੇ ਤੇ ਸਾਡੇ ਉਸ ਭਾਰਤ ਦਾ ਜਿਹੜਾ ਹੈਗਾ, ਜਿਹੜਾ ਹੈਡ ਬਣਿਆ ਹੋਇਆ ਹੈ ਮੋਦੀ, ਇਹ ਉਹਦੀ ਜ਼ਿੰਦਾ ਮਿਸਾਲ ਹੈ ਕਿ ਰਾਜੇ ਸ਼ੀਆਂ ਵਰਗੇ, ਮਤਲਬ ਰਾਜੇ ਤਾਂ ਸ਼ੇਰ ਬਣੇ ਹੋਏ ਨੇ, ਜਿਹੜੇ ਇਹਨਾਂ ਦੇ ਥੱਲੇ ਕੰਮ ਕਰਨ ਵਾਲੇ ਨੇ ਉਹ ਕੁੱਤਿਆਂ ਦੀ ਨਿਆਈ ਨੇ। ਇਹ ਕੀ ਕਰਦੇ ਨੇ, ਵਿਚਾਰੀ ਭੋਲੀ ਭਾਲੇ ਲੋਕਾਂ ਨੂੰ ਜਾ ਕੇ ਆਪਣੀਆਂ ਨੌਂਦਰਾਂ ਮਾਰ ਕੇ ਉਹਨਾਂ ਨੂੰ ਪਾੜ ਦਿੰਦੇ ਨੇ, ਤੇ ਫਿਰ ਜਿਹੜਾ ਬਾਕੀ ਕੁਝ ਬਚਦਾ ਕਹਿੰਦੇ ਉਹ ਇਹਨਾਂ ਦੇ ਮੁਕੱਦਮ ਜਿਹੜੇ ਨੇ, ਇਹਨਾਂ ਦੇ ਥੱਲੇ ਕੰਮ ਕਰਨ ਵਾਲੇ ਨੇ, ਉਹਦਾ ਰੱਤ ਪਿੱਤ ਕੁੱਤਿਓਂ ਚੱਟ ਜਾਓ। ਉਹ ਫਿਰ ਇਸ ਤਰ੍ਹਾਂ ਇਹਨਾਂ ਨੇ ਆਪਣੀ ਪ੍ਰਜਾ ਦਾ ਹਾਲ ਕੀਤਾ ਹੋਇਆ। ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਹਾਲ ਆਪਣੀ ਅੱਖੀਂ ਦੇਖਿਆ ਸੀ ਜਦੋਂ ਬਾਹਰਲੇ ਮੁਲਕਾਂ ਦੇ ਸ਼ਾਸਕ ਜਿਹੜੇ ਆ ਕੇ ਉਸ ਵਕਤ ਦੇ ਪੰਜਾਬ ਦੇ ਵਿੱਚ ਉਹਨਾਂ ਨੇ ਤਬਾਹੀ ਫੇਰੀ ਸੀਗੀ। ਏਦਾਂ ਹੀ ਫਿਰ ਰਹੀ ਹੈ ਅੱਜ ਵੀ, ਕੋਈ ਫਰਕ ਨਹੀਂ ਹੈ, ਕਿਉਂਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੀ ਰਹਿੰਦਾ ਹੈ ਹਮੇਸ਼ਾ। ਔਰ ਖਾਸ ਕਰ ਮੈਂ ਕਹਿਦਾ, ਆਪਾਂ ਸਾਰੇ ਪੰਜਾਬ ਦਾ ਅਸੀਂ ਪਾਣੀ ਪੀਤਾ, ਉਸ ਧਰਤੀ ਦੇ ਅਸੀਂ ਜਾਏ, ਸਾਡਾ ਨਾ DNA ਵੱਖਰਾ ਹੈ ਥੋੜਾ, ਉਹਨੂੰ ਹੁਣ ਕੋਈ ਨਾ ਮੰਨੇ, ਇਹਦੇ ਚ ਕੋਈ ਘਮੰਡ ਵਾਲੀ ਜਾਂ ਕੋਈ ਇਹਦੇ ਚ ਕੋਈ ਆਪਣੇ ਆਪ ਨੂੰ ਵੱਡਾ ਦੱਸਣ ਦੀ ਗੱਲ ਨਹੀਂ ਹੈ, ਕਿਉਂਕਿ ਅਸੀਂ ਆਜ਼ਾਦ ਕਿਸਮ ਦੇ ਲੋਕ ਆ, ਜ਼ਿੰਦਾ ਦਿਲ ਲੋਕ ਆ। ਔਰ ਜਦੋਂ ਕੋਈ ਧੱਕਾ ਹੁੰਦਾ ਹੈ ਤੇ ਫਿਰ ਅਸੀਂ ਬਾਗੀ ਵੀ ਹੁੰਨੇ, ਸਾਡੇ ਖੂਨ ਚ ਧੱਕੇ ਦੇ ਖਿਲਾਫ ਬਾਗੀਪੁਣਾ ਹੈਗਾ। ਔਰ ਅਸੀਂ ਉੱਥੋਂ ਦੇ ਰਹਿਣ ਵਾਲੇ ਜਿੰਨੇ ਵੀ ਆ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਔਰ ਸਿੱਖ ਮੋਢੀ ਰਹੇ ਨੇ, ਕਿਉਂਕਿ ਸਿੱਖ ਉੱਥੇ 200 ਸਾਲ ਤੱਕ ਲੜੇ ਆ ਬਾਹਰ ਵਾਲੇ ਜਿਹੜੇ ਹਮਲਾਵਰ ਸੀ ਉਹਨਾਂ ਦੇ ਨਾਲ, ਮੁਗਲਾਂ ਦੇ ਨਾਲ, ਅੰਗਰੇਜ਼ਾਂ ਦੇ ਨਾਲ। ਹੁਣ ਸਾਡਾ ਇਹਨਾਂ ਦੇ ਕਾਲਿਆਂ ਦੇ ਨਾਲ, ਕਾਲੇ ਅੰਗਰੇਜ਼ਾਂ ਨਾਲ ਪਾਲਾ ਪਿਆ ਹੋਇਆ ਹੈ।
ਪਰ ਤੁਸੀਂ ਜਿਹੜੀ ਗੱਲ ਕੀਤੀ ਹੈ, ਅਸੀਂ ਸਾਰੇ ਜਿਹੜੀ ਅਮਰੀਕਨ ਸਿੱਖ ਕਾਉਂਸਲ ਹੈ, ਅਸੀਂ ਆਪਣੇ ਵੀਰਾਂ ਦੀ ਸਾਰ ਲਈ ਹੈ, ਬਹੁਤ ਸਾਰੀਆਂ ਜ਼ੂਮ ਮੀਟਿੰਗਸ ਕਰਕੇ ਦੁਨੀਆ ਤੱਕ, ਆਵਾਮ ਤੱਕ, ਅਮਰੀਕਾ, ਕੈਨੇਡਾ ਤੱਕ ਇਹ ਆਵਾਜ਼ ਪਹੁੰਚ ਚੁੱਕੀ ਹੈ। ਵੀਰ ਜੀ ਕਵਨੀਤ ਤੇ ਹੋਰ ਇਹਨਾਂ ਨੇ ਲਾਮਬੰਦ ਕੀਤੇ ਹੋਏ ਸੀ ਬਹੁਤ ਸਾਰੇ ਪ੍ਰੋਫੈਸਰਸ। ਇੱਕ ਤੇ ਉਹ ਸੀ, ਦੂਸਰਾ ਹੈਗਾ ਸਾਡੇ ਜਿਹੜੇ ਟਾਈਮ ਤੇ ਪ੍ਰੈਸ ਰਿਲੀਜ਼ ਨਿਕਲਦੇ ਹੀ ਰਹਿੰਦੇ ਆ, ਲਾਈਕ ਵਾਚ ਡੌਗ, ਵੀ ਆਲਵੇਜ਼ ਰਾਈਟ ਅਵੇ ਪ੍ਰੋਵਾਈਡ ਦ ਪ੍ਰੈਸ ਰਿਲੀਜ਼ਸ, ਆਨਸਰ ਕਰਦੇ ਆ ਇਹਨਾਂ ਦੀਆਂ ਜਿੰਨੀਆਂ ਵੀ ਗਲਤ ਨੀਤੀਆਂ ਉੱਥੇ ਚੱਲ ਰਹੀਆਂ। ਕਿਸਾਨ ਭਰਾਵਾਂ ਦੀ ਸਾਰ ਜਿੰਨੇ ਜੋਗੇ ਅਸੀਂ ਹੈਗੇ ਆ ਉਹ ਲੈ ਰਹੇ ਆ ਪਿਛਲੇ 1 ਸਾਲ ਤੋਂ, ਕਿਉਂਕਿ ਦੋ ਬਾਰਡਰਾਂ ਤੇ ਜਿਹੜੇ ਬੈਠੇ ਉਹਨਾਂ ਲਈ ਵੀ ਕਾਫੀ ਕੁਝ ਇੰਤਜ਼ਾਮ ਜਿੰਨਾ ਕੁ ਅਸੀਂ ਕਰ ਸਕੇ। ਤੇ ਹੁਣ ਜਿਹੜੇ ਸਾਡੇ ਪਿੰਡਾਂ 'ਚ ਉੱਥੇ ਤਰਨਤਾਰਨ, ਅੰਮ੍ਰਿਤਸਰ ਏਰੀਆ 'ਚ ਲੋਕ ਨੇ, ਉਹਨਾਂ ਦੀ ਵੀ ਮਦਦ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਕੁ ਅਸੀਂ ਪਹੁੰਚਾ ਸਕੀਏ। ਇਹਦੀ ਜਿਹੜੀ ਗੱਲ ਹੈਗੀ, ਜਿਹੜਾ ਇੱਥੇ ਦੌਰਿਆਂ ਤੇ ਆਏ, ਹੁਣ ਦੇਖੋ ਜਿਹੜੇ ਰਾਜਸੀ ਲੋਕ ਹੈਗੇ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ, ਔਰ ਜਿਹੜੇ ਕਿ ਬਹੁਤ ਜ਼ਬਰਦਸਤ ਲਾਲਚੀ ਤੇ ਝੂਠੇ। ਹੁਣ ਇਹ ਇੱਕ ਰੋਬੋਟ ਬੰਦਾ ਹੈ, ਇਹਦੇ 'ਚ ਕੋਈ ਦੇਖੋ, ਇਹ ਕਦੀ ਪ੍ਰੈਸ ਕਾਨਫਰੰਸ ਨਹੀਂ ਕਰਦਾ, ਔਰ ਇਹ ਬਸ ਰਟੀ ਰਟਾਈਆਂ ਚੀਜ਼ਾਂ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੂਰੀ ਦੁਨੀਆ ਤੇ ਹੁਣ ਕਾਰਪੋਰੇਟ ਰੂਲ ਕਰ ਰਹੇ ਨੇ, ਕੋਈ ਲੀਡਰ ਰੂਲ ਨਹੀਂ ਕਰ ਰਹੇ। ਕਾਰਪੋਰੇਟਸ ਜਿਹੜੇ ਬਿਜ਼ਨਸਮੈਨ ਨੇ ਵੱਡੇ ਵੱਡੇ ਸਾਰੀ ਦੁਨੀਆ ਦੇ, ਉਹ ਰੂਲ ਕਰ ਰਹੇ ਹੈ। ਹੁਣ ਉਹਨਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੀ ਧਰਤੀ, ਉੱਤਰੀ ਭਾਰਤ ਦਾ ਜਿਹੜਾ ਇਲਾਕਾ ਹੈਗਾ, ਮੇਬੀ ਪਾਕਿਸਤਾਨ ਵੀ ਹੋਵੇ, ਮੈਨੂੰ ਉੱਥੋਂ ਦਾ ਇੰਨਾ ਜ਼ਿਆਦਾ ਪਤਾ ਨਹੀਂ ਹੈ, ਕਿਉਂਕਿ ਉਹਨਾਂ ਦੀ ਨਜ਼ਰ 'ਚ ਹੈ ਕਿ ਇਹ ਜ਼ਮੀਨ ਤੇ ਸੋਨਾ ਉਗਲਣ ਵਾਲੀ ਹੈ, ਤੇ ਇਹਨੂੰ ਕਬਜ਼ਾ ਕੇ ਤੇ ਲੋਕਾਂ ਨੂੰ ਮੁਜ਼ਾਹਰੇ ਬਣਾ ਕੇ, ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਹੈ, ਤੇ ਉਹਨਾਂ ਦਾ ਵਪਾਰ ਹੁਣ ਦੁਨੀਆ ਦੇ ਵਿੱਚ ਚੱਲੇਗਾ। ਇਸ ਕਰਕੇ ਉਹ ਇਦਾਂ ਦੇ ਕੰਮ ਕਰ ਰਹੇ ਹੈ, ਤੇ ਇਹ ਚੱਲੀ ਜਾ ਰਿਹਾ ਉੱਥੇ ਲਗਾਤਾਰ ਉਸੇ ਦੀਆਂ। ਅੱਛਾ, ਤੁਸੀਂ ਗੱਲ ਕੀਤੀ ਕਾਰਪੋਰੇਟ ਕਲਚਰ ਦੀ ਔਰ ਕਾਰਪੋਰੇਟਾਈਜੇਸ਼ਨ ਦੀ, ਉਹਦੀ ਇੱਕ ਤੇ ਮਿਸਾਲ ਹੈ ਕਿ ਜਿਹੜੇ ਅਡਾਨੀਜ਼ ਔਰ ਅੰਬਾਨੀਜ਼ ਵਗੈਰਾ ਦਾ ਇੱਕ ਸਿਲਸਿਲਾ ਹੈ ਚੱਲ ਰਿਹਾ ਹੈਗਾ, ਉਹਦੀ ਸਭ ਤੋਂ ਵੱਡਾ ਇੱਕ ਦੇਖੋ ਜਿਹੜਾ ਪਿਛਲੇ ਹਫਤੇ ਦੀ ਗੱਲ ਹੈ ਕਿ ਜਿਹੜਾ ਗੁਜਰਾਤ ਦੇ ਵਿੱਚ $3 ਬਿਲੀਅਨ ਦੀ ਹੈਰੋਇਨ ਪਕੜੀ ਗਈ ਹੈ। ਅੱਛਾ, ਉਹ ਹੁਣ ਇਹ ਦੱਸੋ ਕਿ ਉਹ ਕਿੱਥੇ ਜਾਣੀ ਸੀ? ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਪਹਿਲੇ ਕੀ ਸੂਰਤ ਹਾਲ ਹੈ ਉੱਥੇ, ਔਰ ਕਿੰਨਾ ਵੱਡਾ, ਔਰ ਉਹ ਜਿਹੜੀ ਇੱਕ ਪੋਰਟ ਹੈਗੀ ਹੈ ਉਹਦਾ ਕੰਟਰੋਲ ਜਿਹੜਾ ਉਹ ਅਡਾਨੀਜ਼ ਕੋਲ ਹੈ, ਠੀਕ ਹੈ ਨਾ ਜੀ। ਤੇ ਹੁਣ ਇਹ ਜਿਹੜਾ ਕੰਬੀਨੇਸ਼ਨ ਬਣਿਆ ਹੋਇਆ ਹੈ ਕਿ ਉਧਰੋਂ ਮੋਦੀਜ਼, ਉਧਰੋਂ ਅਮਿਤ ਸ਼ਾਹ, ਉਧਰੋਂ ਜਨਾਬ ਉਹ ਵੀ ਸਾਰੇ ਗੁਜਰਾਤ ਦੇ ਨੇ, ਉਹ ਵੀ ਗੁਜਰਾਤ ਦੇ ਨੇ, ਔਰ ਉੱਥੋਂ $3 ਬਿਲੀਅਨ ਦੀ 30,000 ਪਤਾ ਨਹੀਂ ਕੇਜੀ, ਕਿਤਨੇ ਕੇਜੀ ਜਿਹੜੇ ਸਨ, ਯਾਨੀ 3 ਟਨ ਹੈਰੋਇਨ, ਜਿਹੜੀ ਬੰਦਾ ਸੋਚ ਵੀ ਨਹੀਂ ਸਕਦਾ। ਔਰ 1 ਕਿਲੋ ਜਿਹੜੀ ਉਹ 7 ਕਰੋੜ ਰੁਪਏ ਦੀ ਇੱਕ ਵਿਕਦੀ ਹੈ, ਔਰ ਉਹ ਜਾ ਰਹੀ ਸੀ ਕਿਤੇ, ਪੰਜਾਬ ਵਿੱਚ ਜਾ ਰਹੀ ਸੀ ਔਰ ਦਿੱਲੀ ਜਾ ਰਹੀ ਸੀ, ਔਰ ਉਹ ਸਾਰੇ ਟਾਰਗੇਟ ਸਾਰੇ ਮਿਨੋਰਿਟੀਜ਼ ਨੂੰ ਕਰਨਾ ਸੀ ਉਹਨਾਂ ਨੇ। ਉਹ ਪਤਾ ਨਹੀਂ ਉਹਦੇ ਚ ਕੀ ਹੋਏਗਾ, ਲੇਕਿਨ ਐਵੇਂ ਕਿ ਇਹ ਪਹਿਲੀ ਵਾਰੀ ਫੜੀ ਗਈ ਹੈ। ਇਸ ਤੋਂ ਬਹੁਤ ਸਾਰੀਆਂ ਖੇਪਾਂ ਪਹਿਲੇ ਜਾ ਚੁੱਕੀਆਂ ਨੇ, ਔਰ ਇਹ ਇੰਟਰਨੈਸ਼ਨਲ ਹੈਗਾ ਮਾਫੀਆ, ਜਿਹਦੇ ਬਸ ਉਹਦੇ ਚ ਉਹਨਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਲਈ, ਤਬਾਹ ਕਰਨ ਲਈ, ਦਿੱਲੀ ਚ ਵੀ ਅੱਧਾ ਪੰਜਾਬ ਹੀ ਹੈ, ਤੇ ਬਾਕੀ ਉਹਨਾਂ ਨੇ ਮੱਧ ਪ੍ਰਦੇਸ਼ ਤੇ ਬੰਬੇ ਤੱਕ ਇਹਨਾਂ ਨੇ ਪਹੁੰਚਾਉਣਾ ਹੈ, ਔਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੇ ਸਰਕਾਰੀ ਜਿੰਨੇ ਵੀ ਇਹਨਾਂ ਦੇ ਅਫਸਰ ਨੇ, ਇਹਨਾਂ ਦੀ ਹੋਈ ਪੁਲਿਸ ਹੈ, ਇਹਨਾਂ ਦੀ ਹੋਈ ਫੌਜ ਹੈ, ਔਰ ਇਹਨਾਂ ਦਾ ਹੀ ਤਾਣਾ ਬਾਣਾ ਹੈ ਜਿਹੜੇ ਇਹਨਾਂ ਲੋਕਾਂ ਨੂੰ ਤਬਾਹ। ਮੈਂ ਜਰਾ ਗੁਰਦਾਸ ਭਾਜੀ ਕੋਲ ਪੁੱਛਾਂਗੇ, ਗੁਰਦਾਸ ਭਾਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਜਿਹੜਾ ਹਿਊਮਨ ਰਾਈਟਸ ਵਾਇਲੇਸ਼ਨਸ ਦੇਖੋ ਹੁੰਦੀਆਂ ਜਾ ਰਹੀਆਂ ਨੇ, ਬਲਕਿ ਵੱਧਦੀਆਂ ਜਾ ਰਹੀਆਂ ਨੇ, ਔਰ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹ ਚੁੱਪ ਕਰਕੇ ਦੇਖ ਰਹੀ ਹੈ, ਉਹ ਕਹਿੰਦੀ ਹੈ ਕਿ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਦੇਖੋ ਕਿ ਉਹਨਾਂ ਨੇ, ਮੈਂ ਦੇਖ ਰਿਹਾ ਸੀ ਕਿ ਜੋ ਬਾਈਡਨ ਨੇ ਜਿਸ ਮੁਲਾਕਾਤ ਹੋਈ ਹੈ, ਤੇ ਉਹਦੇ ਚ ਉਹਨਾਂ ਨੇ ਉਹਨੂੰ ਕਿਹਾ ਜੀ ਕਿ ਤੁਸੀਂ ਉਸ ਮੁਲਕ ਦੇ ਹੋ ਜਿੱਥੇ ਗਾਂਧੀ ਜੀ ਜਿਹੜੇ ਸਨ, ਉਹਨਾਂ ਦਾ ਨਾਨ ਵਾਇਲੈਂਸ ਦਾ ਜਿਹੜਾ ਫਲਸਫਾ ਸੀ ਉਹ ਬੜਾ ਮਸ਼ਹੂਰ ਸੀ। ਹੁਣ ਉਹ ਕਿਹਦੇ ਸਾਹਮਣੇ ਕਹਿ ਰਹੇ ਸਨ ਜਿਹੜੇ ਕਿ ਗਾਂਧੀ ਜੀ ਨੂੰ ਮਾਰਨ ਵਾਲਿਆਂ ਨੂੰ ਗਲੋਰੀਫਾਈ ਕਰਦੇ ਨੇ, ਠੀਕ ਹੈ। ਤੇ ਜਿੱਥੇ ਇਹ ਹਾਲਤ ਹੋਏਗੀ ਉੱਥੇ ਕੀ ਹੋਏਗਾ ਹਿਊਮਨ ਰਾਈਟਸ ਦਾ ਜੀ, ਔਰ ਮਿਨੋਰਿਟੀਜ਼ ਰਾਈਟਸ ਦਾ? ਤੇ ਕਿਸਾਨ ਸਾਹਿਬ, ਮੈਂ ਮਿਊਟ ਕਰਨਾ? ਜੀ ਠੀਕ ਹੈ, ਤੁਸੀਂ ਨਹੀਂ ਬਿਲਕੁਲ ਤੁਹਾਡੀ ਆਵਾਜ਼ ਠੀਕ ਆ ਰਹੀ। ਠੀਕ ਹੈ ਜੀ। ਇਹ ਹਿਊਮਨ ਰਾਈਟਸ ਵਾਇਲੇਸ਼ਨਸ ਅੱਜ ਦੀਆਂ ਨਹੀਂ, ਬਹੁਤ ਦੇਰ ਤੋਂ ਚੱਲ ਰਹੀਆਂ ਨੇ। ਅੱਛਾ ਜੀ। ਕਿਉਂਕਿ ਜੇ ਪਿਛੋਕੜ ਦੇਖਿਆ ਜਾਏ ਤੇ ਇਹ ਜਿਸ ਵੇਲੇ ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਸਟੇਜ ਤੇ ਆਏ ਨੇ ਤੇ ਉਹਨਾਂ ਨੇ ਜਨੇਊ ਨੂੰ ਪਾਉਣ ਤੋਂ ਇਨਕਾਰ ਕੀਤੀ ਸੀ, ਉਸੇ ਦਿਨ ਤੋਂ ਹੀ ਇਹਨਾਂ ਨੇ ਦੁਸ਼ਮਣੀ ਸ਼ੁਰੂ ਕਰ ਲਈ ਸੀ ਸਿੱਖਾਂ ਨਾਲ, ਔਰ ਖਾਸ ਕਰਕੇ ਉਸ ਤੋਂ ਬਾਅਦ ਇਹ ਸਾਡੇ ਨਾਲ ਹਮੇਸ਼ਾ, ਕਿਉਂਕਿ ਅਸੀਂ ਗੁਰੂ ਸਾਹਿਬ ਨੇ ਜੋ ਹੋਕਾ ਦਿੱਤਾ ਸੀ ਉਹ ਇੱਕ ਅਕਾਲ ਪੁਰਖ ਸਿਰਫ ਸੁਪਰੀਮ ਪਾਵਰ ਦਿੱਤੀ ਸੀ, ਕਿਉਂਕਿ ਇਹ ਕਈ ਗੋਡਸ ਨੂੰ ਮੰਨਦੇ ਨੇ ਹਿੰਦੂ ਲੋਕ, ਤੇ ਜਿਨ੍ਹਾਂ ਕਿ ਅਸੀਂ ਸਿਰਫ ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ। ਤੇ ਇਸੇ ਕਰਕੇ ਉਸ ਦਿਨ ਤੋਂ ਸਾਡੇ ਨਾਲ ਇਹਨਾਂ ਦੀ ਦੁਸ਼ਮਣੀ ਹੋ ਗਈ। ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ
ਇਹਨਾਂ ਹੁਣ ਇੱਕ ਨਵੀਂ ਕੌਮ ਉੱਠ ਖੜੀ ਹੈ ਜਿਨ੍ਹਾਂ ਨੇ ਕਿ ਸਾਡਾ ਬ੍ਰਾਹਮਣਾਂ ਦਾ ਸਾਰੀ ਦੁਕਾਨ ਬਾਰੀ ਇਹਨਾਂ ਦੀ ਬੰਦ ਕਰ ਦੇਣੀ ਹੈ। तो ਉਸੇ ਦਿਨ ਤੋਂ ਤੁਸੀਂ ਦੇਖ ਲਓ ਸਾਡੇ ਗੁਰੂ ਸਾਹਿਬ ਸਾਡੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਕਿਸੇ ਤਰਫਾ ਕੇ। ਉਧਰੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੀਂ ਪਾਤਸ਼ਾਹੀ ਜਿਨ੍ਹਾਂ ਨੇ ਇੱਕ ਜ਼ਿੰਦਾ ਮਿਸਾਲ ਹੈ ਦੁਨੀਆ ਤੇ ਹੋਰ ਤੁਹਾਨੂੰ ਇਹ ਜੀ ਮਿਸਾਲ ਨਹੀਂ ਮਿਲੇਗੀ ਜਿਹੜੇ ਕਿ ਇੱਕ ਆਪਣੇ ਸਿੱਖ ਧਰਮ ਵਿੱਚ ਹੁੰਦੇ ਹੋਏ ਵੀ ਇੱਕ ਦੂਸਰੇ ਧਰਮ ਨੂੰ ਜਿਹਨੂੰ ਅਸੀਂ ਮੰਨਦੇ ਨਹੀਂ ਉਹਨਾਂ ਵਾਸਤੇ ਆਪਣੀ ਕੁਰਬਾਨੀ ਦਿੱਤੀ। ਇਹ ਇੱਕ ਬੜੀ ਜ਼ਬਰਦਸਤ ਮਿਸਾਲ ਹੈ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਮਿਸਾਲ ਤੁਹਾਨੂੰ ਇਹ ਜਿਹੀ ਨਹੀਂ ਮਿਲੇਗੀ। ਠੀਕ। तो ਹੁਣ ਐਸੇ ਹਾਲਾਤ ਆ ਚੁੱਕੇ ਨੇ 47 ਤੋਂ ਬਾਅਦ ਵੀ। ਹੁਣ ਦੇਖੋ ਸਾਨੂੰ ਹਮੇਸ਼ਾ 47 ਤੋਂ ਬਾਅਦ ਵੀ ਸਾਨੂੰ ਸਟੈਪ ਬਦਲੀ ਟ੍ਰੀਟਮੈਂਟ ਮਿਲਦਾ ਰਿਹਾ। ਸਾਨੂੰ ਪੰਜਾਬ ਬਣਨਾ ਸੀ ਪੰਜਾਬ ਸਾਡਾ ਪੰਜਾਬ 1965 ਚ ਬਣਿਆ ਜਦੋਂ ਬਾਕੀ ਸਾਰੇ ਹਿੰਦੁਸਤਾਨ ਦੀ ਲੈਂਗੁਏਜ ਬੇਸਿਸ ਤੇ ਸਟੇਟਸ ਬਣੀਆਂ ਨੇ। तो ਇਹ ਹੁਣ ਤੁਸੀਂ ਦੇਖ ਲਓ ਜਿੰਨੇ ਵੀ ਮਾਈਨੋਰਿਟੀਜ਼ ਨੇ ਆਪਣੇ ਦਲਿਤ ਨੇ ਆਪਣੇ ਮੁਸਲਮਾਨ ਨੇ ਵਿਚਾਰੇ। ਹੁਣ 202 ਦੇ ਵਿੱਚ ਦੇਖੋ ਆਪ ਹੀ ਜਿਸ ਵੇਲੇ ਮੋਦੀ ਉੱਥੇ ਚੀਫ ਮਿਨਿਸਟਰ ਸੀ ਦੇਖੋ ਕੀ ਹਾਲ ਹੋਇਆ ਕਿੰਨੇ ਮੁਸਲਮਾਨ ਮਾਰੇ ਗਏ ਗੱਡੀਆਂ ਚੋਂ ਫੜ ਕੇ। ਕਿਤੇ ਕਿਸੇ ਤੇ ਕੋਈ ਅਸਰ ਹੋਇਆ? ਕੋਈ ਅਸਰ ਨਹੀਂ ਕੀਤਾ, ਕੋਈ ਜੇਲ੍ਹ 'ਚ ਨਹੀਂ ਗਿਆ। ਹੁਣ ਤੁਸੀਂ ਦੇਖੋ 1984 ਦੇ ਵਿੱਚ ਜਿਸ ਵੇਲੇ ਗਵਰਨਮੈਂਟ ਨੇ ਆਪਣੇ ਆਰਮੀ ਨੇ ਅਟੈਕ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਜ਼ਾਰਾਂ ਦੀ ਤਾਦਾਦ 'ਚ ਸਿੱਖ ਮਾਰੇ ਗਏ। ਉਸ ਤੋਂ ਬਾਅਦ ਵੀ ਜਿਸ ਵੇਲੇ ਇੰਦਰਾ ਗਾਂਧੀ ਨੂੰ ਕਤਲ ਕੀਤਾ ਗਿਆ ਦਿਨ ਦਿਹਾੜੇ ਦਿੱਲੀ ਦੇ ਵਿੱਚ ਕਿੰਨੇ ਸਿੱਖ ਮਾਰੇ ਗਏ ਕਿੰਨੀਆਂ ਔਰਤਾਂ ਦੀ ਬੇਪਤੀ ਕੀਤੀ ਗਈ। ਕੋਈ ਵੀ ਇੱਕ ਵੀ ਬੰਦਾ ਫੜ ਕੇ ਜੇਲ੍ਹ 'ਚ ਨਹੀਂ ਦਿੱਤਾ ਗਿਆ। ਹੁਣ ਦੱਸੋ ਇੱਥੋਂ ਇਹ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਹਿੰਦੁਸਤਾਨ ਇੱਕ ਲਾਰਜੈਸਟ ਡੈਮੋਕ੍ਰੇਸੀ ਹੈ? ਦਿਸ ਇਜ਼ ਨਾਟ ਏ ਡੈਮੋਕ੍ਰੇਸੀ, ਦਿਸ ਇਜ਼ ਉਹਨਾਂ ਨੇ ਆਪਣਾ ਹੀ ਤੁਹਾਨੂੰ ਪਤਾ ਹੈ ਉਹਨਾਂ ਨੇ ਜੋ ਸਲੋਗਨ ਸ਼ੁਰੂ ਕੀਤਾ ਹਿੰਦੀ ਹਿੰਦੂ ਹਿੰਦੁਸਤਾਨ। ਤੇ ਜੇ ਤੁਸੀਂ ਉਸ ਨੂੰ ਨਹੀਂ ਮੰਨਦੇ ਹਿੰਦੂ ਰਾਸ਼ਟਰ ਕਰ ਰਹੇ ਨੇ ਨਾ ਕਾਇਮ ਕਰ ਰਹੇ ਰਾਸ਼ਟਰ ਬਣਾ ਰਹੇ ਨੇ। ਇਸ ਕਰਕੇ ਨਾ ਤੇ ਉਹ ਸਿੱਖਾਂ ਨੂੰ ਮੰਨਦੇ ਨੇ ਨਾ ਉਹ ਦਲਿਤ ਨੂੰ ਮੰਨਦੇ ਨੇ ਨਾ ਆਪਣੇ ਮੁਸਲਮਾਨਾਂ ਨੂੰ ਮੰਨਦੇ। ਮੁਸਲਮਾਨਾਂ ਦਾ ਹਾਲ ਦੇਖੋ ਜੰਮੂ ਕਸ਼ਮੀਰ 'ਚ ਕੀ ਕੀਤਾ 370 ਲਾ ਕੇ ਉਹਨੇ ਸਾਰੇ ਮੁਸਲਮਾਨ ਵਿਚਾਰੇ ਮਾਰ ਦਿੱਤੇ ਨੇ ਉੱਥੇ। ਤੇ ਵੈਸੇ ਤਾਂ ਕਹਿ ਰਹੇ ਜੀ ਕਾਂਗਰਸ ਵਾਲੇ ਤੇ ਕਮ ਸੇ ਕਮ ਕਹਿ ਰਹੇ ਨੇ ਕਿ ਅਸੀਂ ਤੇ ਇੱਕ ਦਲਿਤ ਚੰਨੀ ਜੀ ਨੂੰ ਉੱਥੇ ਲਿਆਂਦਾ ਪੰਜਾਬ ਦੇ ਵਿੱਚ। ਉਹ ਤਾਂ ਜੀ ਇੱਕ ਮੂੰਹ ਦਿਖਾਵਾ ਹੈ ਸਾਰਾ। ਬਾਕੀ ਤੁਸੀਂ ਪਿੱਛੇ ਉਹਨਾਂ ਦੀ ਪੁਲਿਸ ਹੀ ਦੇਖੋ ਕੀ ਚੱਲ ਰਹੀ ਹੈ ਉਹਨਾਂ ਦੀ। ਉਹ ਹਮੇਸ਼ਾ ਤੁਸੀਂ ਦੇਖ ਲਓ 1947 ਤੋਂ ਲੈ ਕੇ ਇਹ ਸਾਡੇ ਨਾਲ ਹਮੇਸ਼ਾ ਹਰ ਹੁਣ ਆਪਣੇ ਕ੍ਰਿਸਚੀਅਨਸ ਨੇ ਹੁਣ ਦੇਖੋ ਕ੍ਰਿਸਚੀਅਨ ਦੇ ਚਰਚ ਸਾੜੇ ਗਏ ਨੇ ਉਹਨਾਂ ਨੂੰ ਵਿਚਾਰੀਆਂ ਉਹਨਾਂ ਨੂੰ ਰੇਪ ਕੀਤੇ ਗਏ ਨੇ ਦਿਨ ਦਿਹਾੜੇ। ਕੋਈ ਵੀ ਅਸਰ ਨਹੀਂ। ਹੁਣ ਤੁਸੀਂ ਰੀਸੈਂਟਲੀ ਦੇਖੋ ਆਪਣੇ ਸਾਡੇ ਗੁਰੂ ਗ੍ਰੰਥ ਸਾਹਿਬ ਦਰਬਾਰ ਆਪਣੇ ਬਰਗਾੜੀ ਵਿੱਚ ਕੀ ਹੋਇਆ ਤੇ ਉਹਨਾਂ ਨੇ ਵਰਕੇ ਪਾੜ ਕੇ ਸਿੱਟੇ ਗਏ ਤੇ ਉੱਥੇ ਵਿਚਾਰੇ ਸਿਰਫ ਉਹ ਧਰਨਾ ਮਾਰ ਕੇ ਬੈਠੇ ਸਨ ਸਿੱਖ ਨਾਮ ਸਿਮਰਨ ਕਰ ਰਹੇ ਸਨ। ਜਿਸ ਵੇਲੇ ਪੁਲਿਸ ਆ ਕੇ ਉੱਥੇ ਗੋਲੀ ਚਲਾਈ ਤੇ 2 ਬੰਦੇ ਮਾਰ ਦਿੱਤੇ ਕੋਈ ਵੀ ਬੰਦਾ ਜੇਲ੍ਹ 'ਚ ਨਹੀਂ ਗਿਆ। ਹੁਣ ਦੇਖੋ ਜਦ ਸਾਡੇ ਸਿੱਖ ਮਾਰੇ ਗਏ ਸਨ ਨਵੰਬਰ ਦੇ ਵਿੱਚ ਜਿਸ ਵੇਲੇ ਇੰਦਰਾ ਗਾਂਧੀ ਨੂੰ ਕਤਲ ਕੀਤਾ ਉਸ ਕੋਈ ਬੰਦਾ ਜੇਲ੍ਹ 'ਚ ਗਿਆ? ਕੋਈ ਨਹੀਂ ਗਿਆ। So this is all ਰਫਾ ਦਫਾ। ਅੱਛਾ ਇਹਦੇ ਤੇ ਹੁਣ ਜ਼ਰਾ ਮੈਂ ਥੋੜਾ ਜਿਹਾ ਕਵਨੀਤ ਭਾਜੀ ਕੋਲੋਂ ਜ਼ਰਾ ਪੁੱਛਣਾ। ਕਵਨੀਤ ਭਾਜੀ ਤੁਹਾਡਾ ਜਿਹੜੀ ਪੋਜੀਸ਼ਨ ਹੈ ਨਾ ਉਹ ਬੜੀ ਇੰਪੋਰਟੈਂਟ ਹੈ। ਉਹ ਹੈ ਐਡਵੋਕੇਸੀ ਐਂਡ ਰਿਸੋਰਸ ਆਫਿਸਰ ਠੀਕ ਹੈ ਨਾ ਜੀ। ਔਰ ਦੇਖੋ ਮੈਂ ਤਕਰੀਬਨ 10 ਸਾਲ UN ਨੂੰ ਔਰ ਨਿਊਯਾਰਕ ਨੂੰ ਔਰ ਵਾਸ਼ਿੰਗਟਨ ਨੂੰ ਕਵਰ ਕੀਤਾ ਹੈ। ਮੈਂ ਉੱਥੇ ਹੁੰਦਾ ਸੀ ਉਸ ਵਕਤ ਅਸੀਂ ਇਹੀ ਦੇਖਦੇ ਸਨ ਜਦੋਂ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਉਸ ਵਕਤ ਮਨਮੋਹਨ ਸਿੰਘ ਸਾਹਿਬ ਹੁੰਦੇ ਸਨ ਉਸ ਵਕਤ ਵੀ ਲੋਕ ਆਉਂਦੇ ਸਨ ਤੇ ਮੁਜ਼ਾਹਰੇ ਹੁੰਦੇ ਸਨ। ਹੁਣ ਵੀ ਤੁਸੀਂ ਦੇਖੋ ਕਿ ਅੱਜ ਮੋਦੀ ਸਾਹਿਬ ਉੱਥੇ ਗਏ ਨੇ ਤੇ ਉੱਥੇ ਡੈਮੋਨਸਟ੍ਰੇਸ਼ਨ ਹੋਈਆਂ ਨੇ UN ਦੇ ਸਾਹਮਣੇ ਹੋਈਆਂ ਨੇ ਵਾਈਟ ਹਾਊਸ ਦੇ ਸਾਹਮਣੇ ਹੋਈਆਂ ਨੇ। ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਇਹ ਡੈਮੋਨਸਟ੍ਰੇਸ਼ਨ ਜਿਹੜੀਆਂ ਨੇ ਇਹ ਕਰਕੇ ਤੇ ਅਸੀਂ ਆਪਣਾ ਕੋਈ ਉਹਦੇ 'ਚ ਕੋਈ ਕੰਕਰੀਟ ਰਿਜ਼ਲਟ ਸਾਨੂੰ ਮਿਲ ਜਾਏਗਾ ਜਾਂ ਇਸ ਤੋਂ ਅੱਗੇ ਵਧਣ ਦੀ ਕੋਈ ਲੋੜ ਹੈ? ਸਰ ਭਾਈ ਏਦਾਂ ਜੇ ਕਿ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਪ੍ਰੋਟੈਸਟ ਤੇ ਹਮੇਸ਼ਾ ਹੁੰਦੇ ਰਹੇ ਨੇ। ਹਾਂਜੀ। ਤੇ ਖਾਸ ਕਰਕੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪੁਰਾਣੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਸ ਰਿਪਬਲਿਕ ਆਫ ਇੰਡੀਆ ਦੇ ਤੇ ਉਹਦੇ ਤੇ ਜਾਂ ਸਿੱਖ ਜਾਂ ਫਿਰ ਜਿਹੜੇ ਕਸ਼ਮੀਰੀ ਨੇ ਉਹਨਾਂ ਦੇ ਪ੍ਰੋਟੈਸਟ ਚੱਲਦੇ ਆਏ ਨੇ ਮੁਲਤਾਂ ਤੋਂ। ਪਰ ਹੁਣ ਫਰਕ ਇਹ ਹੋਇਆ ਕਿ ਜਦੋਂ ਦੀ ਉੱਥੇ ਹਿੰਦੂਤਾ ਦੀ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ ਤੇ ਉਹਨਾਂ ਦੇ ਜਿਹੜੇ ਬਹੁਤ ਮਤਲਬ ਗੂੜੇ ਤਰੀਕੇ ਨਾਲ ਜਿਹੜੇ ਚੇਲੇ ਨੇ ਉਹ 'ਚ ਅਮਰੀਕਾ 'ਚ ਬੜੇ ਵਸ ਰਹੇ ਨੇ ਉਹਨਾਂ 'ਚ ਲੱਖਾਂ ਦੀ ਤਾਦਾਦ ਦੇ ਵਿੱਚ ਹੈਗੇ ਨੇ ਤੇ ਉਹ ਇੱਥੋਂ ਵੀ ਬੜੇ ਉੱਭਰ ਰਹੇ ਨੇ।
ਸੋ ਜਿਹੜੀ ਉੱਥੋਂ ਦਾ ਪ੍ਰੈਸ਼ਰ ਪੈ ਰਿਹਾ, ਜਿਹੜਾ ਹਿਊਮਨ ਰਾਈਟਸ ਦਾ ਜ਼ਿਕਰ ਅੱਗੇ ਹੋ ਰਿਹਾ ਹੈ ਕਿ ਜਿਹੜਾ ਹਿਊਮਨ ਰਾਈਟਸ ਮੁਸਲਮਾਨਾਂ ਤੇ, ਦਲਿਤ ਤੇ, ਸਿੱਖ ਤੇ, ਈਸਾਈਆਂ ਤੇ ਹੋ ਰਿਹਾ ਹੈ, ਐਤਕੀ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਦੇ ਨਾਲ ਪਾ ਕੇ ਉਹ ਸੰਬੰਧਿਤ ਜਿਹੜੇ ਪ੍ਰੋਟੈਸਟ ਹੁਣ ਚੱਲ ਰਹੇ ਨੇ ਪਿਛਲੇ ਸਾਲ ਤੋਂ, ਤੇ ਖਾਸ ਕਰਕੇ ਜਿਹੜਾ ਹੁਣ ਮੋਦੀ ਉੱਥੇ ਆਇਆ ਹੋਇਆ ਤੇ ਉਹਦੇ ਪ੍ਰੋਟੈਸਟ ਚੱਲ ਰਹੇ ਨੇ, ਇਹਦੇ ਵਿੱਚ ਇਕੱਲੇ ਸਿੱਖ ਨਹੀਂ ਹੈਗੇ, ਇਹਦੇ ਵਿੱਚ ਤਰ੍ਹਾਂ ਦੇ ਬੰਦੇ ਹੈਗੇ ਨੇ, ਵੱਖ-ਵੱਖ ਮਜ਼ਹਬਾਂ ਦੇ ਬੰਦੇ ਨੇ, ਉੱਥੇ ਮੁਸਲਮਾਨ ਨੇ, ਉੱਥੇ ਕ੍ਰਿਸਚਨ ਨੇ, ਉੱਥੇ ਹਿੰਦੂ ਵੀ ਸ਼ਾਮਿਲ ਨੇ। ਹਾਂ, ਕਿਉਂਕਿ ਇੱਥੇ ਦਲਿਤ ਬੜੇ ਘੱਟ ਨੇ। ਸੋ ਜਿਹੜੇ ਹਿੰਦੂ ਅਕਲਮੰਦ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਇਨਸਾਨੀਅਤ ਵੱਲੋਂ ਵੀ ਕੀ ਹੋ ਰਿਹਾ ਹੈ ਤੇ ਕੀ ਅਨਿਆਏ ਚੱਲ ਰਿਹਾ ਹੈ, ਉਹ ਵੀ ਨਾਲ ਖਲੋਤੇ ਹੋਏ ਨੇ। ਤੇ ਸਿੱਖ ਖਾਸ ਕਰਕੇ ਜਿਹੜਾ ਤੇ ਜਿਹਦੇ ਪਹਿਲਾਂ ਹੀ ਬੜੇ ਪੀੜਿਤ ਨੇ 40 ਸਾਲਾਂ ਤੋਂ, ਜਦੋਂ ਦਾ ਇਹ ਅਨਿਆਏ ਚੱਲ ਰਿਹਾ ਉੱਥੇ, ਤੇ ਉਹ ਸਾਰੇ ਇਕੱਠੇ ਨੇ। ਸੋ ਜਿਹੜਾ ਇਹ ਪ੍ਰੋਟੈਸਟ ਦਾ ਹਿੱਸਾ ਹੈ, ਇਹ ਆਈ ਥਿੰਕ ਇੱਕ ਹਿਊਮਨ ਨੇਚਰ ਹੈ ਕਿ ਪ੍ਰੋਟੈਸਟ, ਫਿਜ਼ੀਕਲ ਪ੍ਰੋਟੈਸਟ ਜਿਹੜਾ ਤੁਸੀਂ ਲੋਕਾਂ ਨੂੰ ਦਿਖਾ ਸਕਦੇ ਹੋ, ਉਹ ਬੜਾ ਇੰਪੋਰਟੈਂਟ ਆਪਣੀ ਥਾਂ ਤੇ। ਹਾਂ, ਉਸ ਤੋਂ ਅਹਿਮ ਜ਼ਿਆਦਾ ਸਵਾਲ ਹੈ ਕਿ ਬੈਕਗਰਾਉਂਡ ਦੇ ਵਿੱਚ ਸੈਨੇਟਰਸ, ਕਾਂਗਰਸਮੈਨ ਨੂੰ ਤੇ ਜਿਹੜੇ UN ਦੇ ਕਾਉਂਸਲ ਹੈ, ਉਹਨਾਂ ਨੂੰ ਅਸਲੀਅਤ ਜਿਹੜੀ ਦੱਸਣੀ ਹੈ, ਜਾਂ ਸਟੇਟ ਡਿਪਾਰਟਮੈਂਟ ਨੂੰ, ਉਹ ਜਿਹੜਾ ਕੰਮ ਆਲਰੇਡੀ ਜਾਰੀ ਚੱਲ ਰਿਹਾ। ਇਕੱਲੇ ਅਸੀਂ ਅਮਰੀਕਨ ਸਿੱਖ ਕਾਉਂਸਲ ਨਹੀਂ, ਹੋਰ ਵੀ ਸੰਸਥਾਵਾਂ ਹੈਗੀਆਂ ਨੇ ਅਮਰੀਕਾ ਦੇ ਵਿੱਚ, ਸਿਆਣੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ, ਮੁਸਲਮਾਨਾਂ ਦੀ ਹੈਗੀਆਂ ਨੇ, ਹੋਰ ਹਿੰਦੂਆਂ ਦੀ ਵੀ ਹੈਗੀਆਂ ਨੇ। ਜਿਹੜਾ ਹਿੰਦੂਆਂ ਨੇ ਭਾਵੇਂ ਬਹੁਤ ਘੱਟ ਹਾਲੀ ਕੰਮ ਸ਼ੁਰੂ ਕੀਤਾ, ਬਟ ਬਾਕੀ ਸੰਸਥਾਵਾਂ ਸਾਰੇ ਆਪਣੇ ਢੰਗ ਨਾਲ ਉਹਨਾਂ ਨੂੰ ਐਵੀਡੈਂਸ ਪ੍ਰੋਵਾਈਡ ਕਰ ਰਹੇ ਨੇ, ਫੈਕਟਸ ਪ੍ਰੋਵਾਈਡ ਕਰ ਰਹੇ ਨੇ। ਬਿਕੋਜ਼ ਤੁਸੀਂ ਅੱਜ, ਮੈਂ ਹੁਣ ਮੋਦੀ ਸਾਹਿਬ ਦੀ ਹੋਰੀ ਦੀ ਸਪੀਚ ਸੁਣੀ UN ਦੇ ਵਿੱਚ, ਤੇ ਇਟ ਸੀਮਡ ਲਾਈਕ ਅ ਪ੍ਰੋਫੈਸ਼ਨਲ ਐਕਟਰ ਕਿ ਉਹ ਬੜੀ ਸੋਹਣੀ ਔਰ ਸੋਹਣੇ ਅਲਫਾਜ਼ ਘੜ ਕੇ ਤੇ ਉਹਨੇ 22 ਮਿੰਟ ਦੀ ਸਪੀਚ ਦਿੱਤੀ, ਲੇਕਿਨ ਜੋ ਉੱਥੇ ਹੋ ਰਿਹਾ ਐਗਜ਼ੈਕਟ ਆਪੋਜ਼ਿਟ ਹੈ। ਹੁਣ ਤੱਕ ਤੇ ਜਿੰਨੀ ਆਬਾਦੀ ਹੈ, ਅਨਲੈਸ ਕਿ ਉਹਦੇ ਆਪਣੇ ਭਗਤ ਨੇ, ਸਾਰੇ ਜਾਣਦੇ ਨੇ ਵੀ ਜੋ ਉਸ ਬੰਦੇ ਦੇ ਮੂੰਹ ਚੋਂ ਨਿਕਲਦਾ ਹੈ ਅਲਫਾਜ਼, ਉਹਦਾ ਐਗਜ਼ੈਕਟ ਉਲਟਾ ਹੀ ਹੁੰਦਾ ਹੈ। ਤੇ ਜੇ ਉਹ ਕਹਿੰਦਾ ਮੈਂ ਕੰਮ ਕਰਨਾ ਤੇ ਕੰਮ ਹੋਣਾ ਨਹੀਂ, ਤੇ ਜੇ ਉਹਨੇ ਕਹਿਣਾ ਮੈਂ ਛਾਲ ਮਾਰਨੀ ਤੇ ਛਾਲ ਮਾਰਨੀ ਨਹੀਂ, ਏਦਾਂ ਕੰਮ ਹੋ ਰਿਹਾ। ਸੋ ਸਪੀਚ ਦੇਣ ਨੂੰ ਤੇ ਕੋਈ ਬੜਾ ਸੋਹਣਾ ਭਾਸ਼ਣ ਦੇ ਸਕਦਾ, ਪਰ ਅਸਲੀਅਤ ਜਿਹੜੀ ਹੈਗੀ ਹੈ ਉਹ ਕੁਝ ਹੋਰ ਹੈ। ਤੇ ਜਿਹੜਾ ਕੰਮ ਤੁਸੀਂ ਪੁੱਛ ਰਹੇ ਸੀ ਪ੍ਰੋਟੈਸਟ, ਉਹਦਾ ਰੰਗ ਹੁਣ ਥੋੜਾ ਚੇਂਜ ਹੋ ਰਿਹਾ। ਠੀਕ ਹੈ। ਅੱਛਾ ਜਸਬੀਰ ਭੈਣ ਜੀ, ਤੁਸੀਂ ਪ੍ਰੈਜ਼ੀਡੈਂਟ ਹੋ ਅਮਰੀਕਨ ਸਿੱਖ ਕਾਉਂਸਲ ਦੇ। ਪ੍ਰੈਜ਼ੀਡੈਂਟ ਹੁੰਦਿਆਂ ਹੋਇਆਂ ਤੁਹਾਡੀ ਇੱਕ ਵਿਜ਼ਨ ਹੋਏਗੀ, ਤੁਸੀਂ ਆਪਣੇ ਉਸ ਵਿਜ਼ਨ ਨੂੰ ਜ਼ਾਹਿਰ ਪ੍ਰੈਕਟੀਕਲ ਲੈਵਲ ਤੇ ਲੈ ਕੇ ਆਉਣਾ ਹੈ। ਉਸ ਵਾਸਤੇ ਬਹੁਤ ਇੰਪੋਰਟੈਂਟ ਚੀਜ਼ ਹੈ ਵੇ ਕਿ ਮੁਖਤਲਿਫ ਜਿਹੜੀਆਂ ਡਿਫਰੈਂਟ ਅਦਰ ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਤੁਹਾਡੀਆਂ ਲਾਈਕ ਮਾਈਂਡਡ ਆਰਗੇਨਾਈਜੇਸ਼ਨ, ਜਿਸ ਤਰ੍ਹਾਂ ਕਵਨੀਤ ਭਾਜੀ ਕਹਿ ਰਹੇ ਨੇ, ਮੁਸਲਿਮ ਆਰਗੇਨਾਈਜੇਸ਼ਨਸ ਨੇ, ਦੂਸਰੀਆਂ ਹਿੰਦੂ ਆਰਗੇਨਾਈਜੇਸ਼ਨਸ ਨੇ, ਉਹਨਾਂ ਦੇ ਨਾਲ ਅਲਾਇੰਸਿਸ ਔਰ ਪਾਰਟਨਰਸ਼ਿਪਸ ਕਰਨਾ ਜਿਹੜਾ ਹੈ ਬੜਾ ਇੰਪੋਰਟੈਂਟ ਹੁੰਦਾ ਹੈ। ਕਿਉਂਕਿ ਅਮਰੀਕਾ ਦੀ ਸੋਸਾਇਟੀ ਨੂੰ ਮੈਂ ਥੋੜਾ ਬਹੁਤ ਜਿਹੜਾ ਮੈਂ ਜਾਣਦਾ ਵਾਂ, ਉੱਥੇ ਤੁਸੀਂ ਇੰਪੈਕਟ ਤਾਂ ਹੀ ਕ੍ਰੀਏਟ ਕਰ ਸਕਦੇ ਹੋ ਜਿਸ ਵਕਤ ਤੁਸੀਂ ਇਨਰੋਡਸ ਕ੍ਰੀਏਟ ਕਰਦੇ ਹੋ ਮੁਖਤਲਿਫ ਆਰਗੇਨਾਈਜੇਸ਼ਨਸ ਦੇ ਜ਼ਰੀਏ, ਮੁਖਤਲਿਫ ਸਿਸਟਮਸ ਦੇ ਵਿੱਚ। ਤੇ ਤੁਸੀਂ ਦੇਖੋ ਨਾ, ਉੱਥੇ RSS ਨੇ HSS ਦੇ ਨਾਂ ਦੇ ਉੱਤੇ ਉੱਥੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਹੈ। ਮੰਦਰਾਂ ਦੇ ਉੱਤੇ ਉਹਨਾਂ ਨੇ ਕਬਜ਼ੇ ਕਰ ਲਏ ਹੋਏ ਨੇ, ਉਹਨਾਂ ਨੇ ਆਪਣੇ ਪੈਸੇ ਬਹੁਤ ਜ਼ਿਆਦਾ ਫੰਡਿੰਗ ਦਾ ਇੱਕ ਸਿਲਸਿਲਾ ਬਣਾ ਲਿਆ ਹੋਇਆ ਹੈ। ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਤੁਹਾਡੀ ਕੀ ਸਟ੍ਰੈਟਜੀ ਹੋਏਗੀ? ਕਿਉਂਕਿ ਅਸੀਂ ਇੱਕ ਚੀਜ਼ ਤੇ ਸਾਰੇ ਮੁਤਫਿਕ ਹਾਂ ਕਿ ਜਨਾਬ ਇਹ HR ਵਾਇਓਲੇਸ਼ਨਸ ਹੋ ਰਹੀਆਂ ਨੇ, ਮਿਨੋਰਿਟੀ ਦੇ ਰਾਈਟਸ ਜਿਹੜੇ ਨੇ ਉਹ ਖਤਰੇ 'ਚ ਪੈ ਗਏ ਨੇ, ਲੇਕਿਨ ਉਹ ਮਸਲਾ ਹੈ ਕਿ ਕਰਨਾ ਕੀ ਹੈ, ਅੱਗੇ ਕੀ ਜਾ ਕੇ ਕਰਨਾ, ਸਾਡੀ ਸਟ੍ਰੈਟਜੀ ਕੀ ਹੋਏਗੀ? ਹਾਂਜੀ ਭਾਜੀ, ਤੁਹਾਡਾ ਬਹੁਤ ਸੋਹਣਾ ਸਵਾਲ ਹੈ। ਤਾਂ ਹੀ ਕਾਉਂਸਲਸ ਬਣਦੀਆਂ ਨੇ ਆਲ ਓਵਰ ਦ ਵਰਲਡ ਤੇ ਹਰ ਇੱਕ ਕੰਟਰੀ ਦੇ ਅੰਦਰ, ਤਾਂ ਕਿ ਕੁਝ ਉਸ ਖਾਸ ਟਿਪੀਕਲ ਜਿਹੜੀ ਕੌਮ ਹੈ ਉਹਦੇ ਨੁਮਾਇੰਦੇ ਜਿਹੜੇ ਹੈਗੇ ਆ, ਜਾਂ ਜਿਹੜੇ ਥੋੜੇ ਪੜ੍ਹੇ ਲਿਖੇ ਸਿਆਣੇ ਜਿਨ੍ਹਾਂ ਦੀ ਵਿਜ਼ਨ ਹੈ, ਉਹ ਅੱਗੇ ਜਾ ਕੇ ਦੂਜੀਆਂ ਜਿਹੜੀਆਂ ਕਮਿਊਨਿਟੀਜ਼ ਹੈ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕਰਨ, ਤਾਂ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਇਕੱਠੇ ਹੋ ਕੇ ਲੜੀਏ। ਸੋ ਤੁਹਾਡੇ ਸਵਾਲ ਦਾ ਜਵਾਬ ਇਹੀ ਹੋ ਸਕਦਾ ਹੈ, ਜੋ ਮੇਰੀ ਸਮਝ ਹੈ, ਕਿ ਅਸੀਂ ਆਲਰੇਡੀ ਰਾਬਤਾ ਕਾਇਮ ਕਰਦੇ ਹਾਂ ਵੀਰ ਜੀ ਕਵਨੀਤ। ਕਾਫੀ ਕੁਝ ਅਸੀਂ ਸਾਰੇ ਬਾਕੀ ਦੇ ਵੀ ਅਸੀਂ ਇੰਟਰਫੇਥ ਮੀਟਿੰਗਸ ਦੇ ਵਿੱਚ ਜਾਂਦੇ ਹਾਂ, ਚਾਹੇ ਉਹ ਸਾਡੇ ਮੁਸਲਿਮ ਭਰਾਵਾਂ ਦੇ ਹੋਣ ਜਾਂ ਕ੍ਰਿਸਚਨਸ ਦੇ ਹੋਣ, ਹਿੰਦੂਆਂ ਦੇ, ਕਿਉਂਕਿ ਉਹ ਬਹੁਤੀ ਵਾਰੀ ਮੈਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਕੋਈ ਇੰਟਰੈਕਸ਼ਨ ਹੈ, ਪਰ ਹੁਣ ਸ਼ੁਰੂ ਹੋਇਆ ਹੈ। ਕਿਉਂਕਿ ਜਿੰਨੇ ਵੀ ਸਾਡੇ ਸਾਊਥ ਇੰਡੀਅਨ ਵੀਰ ਭੈਣ ਭਰਾ ਨੇ, ਦਲਿਤ ਜਿਨ੍ਹਾਂ ਨੂੰ ਇਹ ਕਹਿੰਦੇ ਨੇ, ਅਸੀਂ ਤੇ ਕਿਸੇ ਨੂੰ ਦਲਿਤ ਤੇ ਕਿਸੇ ਨੂੰ ਬ੍ਰਾਹਮਣ ਕੁਝ ਵੀ ਨਹੀਂ ਮੰਨਦੇ, ਸਾਡੇ ਲਈ ਤਾਂ ਸਾਰੇ ਬਰਾਬਰ ਨੇ, ਪਰ ਉਹਨਾਂ ਨੂੰ ਬਣਾਇਆ ਗਿਆ ਔਰ ਉਹਨਾਂ ਨੇ ਉਸ ਨੂੰ ਭੁਗਤਿਆ ਹੈ। ਇਸ ਕਰਕੇ ਅਸੀਂ ਉਹਨਾਂ ਦੇ ਨਾਲ ਵੀ ਬਹੁਤ ਰਾਬਤਾ ਜਿਹੜਾ ਹੈਗਾ ਚੰਗਾ ਕਾਇਮ ਹੋਇਆ। ਉਹਨਾਂ ਦੇ ਨਾਲ ਮੀਟਿੰਗਸ ਬਹੁਤ ਅਟੈਂਡ ਹੋਈਆਂ ਨੇ, ਪਤਾ ਲੱਗਿਆ ਉਹ ਵੀ ਕਿੰਨਾ ਕੰਮ ਕਰ ਰਹੇ ਨੇ, ਔਰ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਰਾਬਤਾ ਜਿਹੜਾ ਕੰਟੀਨਿਊਸ ਰਹਿੰਦਾ ਹੈ। ਬਹੁਤ ਵਾਰੀ ਅਸੀਂ ਕੋਸ਼ਿਸ਼ ਕੀਤੀ, ਉਹਨਾਂ ਦੇ ਕਈ TV ਤੇ ਕਈ ਇਹੋ ਜਿਹੇ ਉਹਨਾਂ ਦੇ ਸਟੇਜਸ ਨੇ ਜਾਂ ਉਹਨਾਂ ਦੇ ਅਦਾਰੇ ਜਿਨ੍ਹਾਂ 'ਚ ਜਾ ਕੇ ਗੱਲ ਕੀਤੀ ਹੈ, ਔਰ ਕਾਫੀ ਕੁਝ ਸਾਂਝਾ ਹੈ। ਸਾਰੀ ਗੱਲ ਇੱਕ ਹੈ, ਉਹ ਮੈਂ ਇਹ ਕਹਿਣਾ ਚਾਹਾਂਗੀ, ਸ਼ਾਇਦ ਤੁਹਾਨੂੰ ਬੜੀ ਅਜੀਬ ਲੱਗੇ, ਕਿ ਉੱਥੋਂ ਜਿਹੜੇ ਆਏ ਨੇ ਉਸ ਖਿੱਤੇ ਚੋਂ ਜ਼ਿਆਦਾਤਰ ਲੋਕ, ਇੱਥੇ ਵਾਲੇ ਬੱਚੇ ਤੇ ਹੁਣ ਡਿਫਰੈਂਟ ਨੇ, ਪਰ ਥੋੜਾ ਜਿਹਾ ਅਸਰ ਉਹਨਾਂ ਦਾ ਮਾਪਿਓ ਤੇ ਹੁੰਦਾ ਹੈ। ਅਸੀਂ ਬੇਸ਼ੱਕ ਆਪਣੇ ਆਪ ਨੂੰ ਬੜੇ ਪੱਕੇ ਮੁਸਲਮਾਨ ਕਹੀਏ ਜਾਂ ਪੱਕੇ ਸਿੱਖ ਕਹੀਏ ਜਾਂ ਪੱਕੇ ਕ੍ਰਿਸਚਨ ਕਹੀਏ, ਹੁੰਦੇ ਨਹੀਂ ਹੈ। ਸਾਡੇ ਦਿਮਾਗ ਨੂੰ ਨਾ ਵਾਇਰਸ ਲੱਗਾ ਹੋਇਆ ਹੈ,
ਵਾਇਰਸ ਕਿਹਦਾ ਲੱਗਾ ਹੋਇਆ? ਬਿੱਪਰ ਦਾ। ਬਿੱਪਰ ਹੁੰਦਾ ਜਿਹੜਾ ਤੁਹਾਨੂੰ ਵਿਪਰੀਤ ਲੈ ਕੇ ਜਾਂਦਾ ਹੈ, ਅੱਲਾ ਤੋਂ ਦੂਰ, ਰੱਬ ਤੋਂ ਦੂਰ, ਗੁਰੂ ਤੋਂ ਦੂਰ। ਉਹ ਆਪਣੀ ਮਨ ਮਰਜ਼ੀਆਂ ਪਾੜ ਜਾਓ, ਇਹਦੀ ਆ ਜਾਤ ਹੈ, ਉਹਦੀ ਆ ਜਾਤ ਹੈ, ਬੀਬੀ ਤੇ ਨੀਵੀਂ ਹੁੰਦੀ, ਭਾਈ ਉੱਚਾ ਹੁੰਦਾ, ਫਲਾਣਾ ਹੁਣ। ਉਹ ਇਹਨਾਂ ਚੀਜ਼ਾਂ ਦੇ ਵਿੱਚ ਮੁਬਤਲਾ ਨੇ ਜ਼ਿਆਦਾਤਰ ਲੋਕ ਜਿਹੜੇ ਆਪਣੇ ਹੈਗੇ, ਤੇ ਉਹਨਾਂ ਨੂੰ ਉਸ ਦਾਇਰੇ ਚੋਂ ਨਿਕਲਣਾ ਉਹਨਾਂ ਲਈ ਲੱਗਦਾ ਜਿਵੇਂ ਬਹੁਤ ਹੀ ਮੁਸ਼ਕਲ ਹੈ। ਅਸੀਂ ਦੁਨੀਆਦਾਰ, ਤੁਸੀਂ ਬੇਸਿਕਲੀ ਕਹਿ ਰਹੇ ਕਿ ਦੁਨੀਆਦਾਰ ਹੋ ਗਏ ਨੇ ਜਾਂ ਕੀ ਹੋ, ਇਹ ਕਹਿ ਰਹੇ ਹੋ? ਨਹੀਂ, ਦੁਨੀਆਦਾਰ ਨਹੀਂ ਹੋ ਗਏ, ਮਤਲਬ ਉਹਨਾਂ ਦਾ ਆਪਣੇ ਅਕੀਦੇ ਦੇ ਵਿੱਚ ਉਹ ਗੱਲਾਂ ਤੇ ਬਹੁਤ ਕਰਦੇ ਨੇ, ਪਰ ਉਹਨਾਂ ਦਾ ਪ੍ਰੈਕਟੀਕਲੀ ਹੁਣ ਪ੍ਰੈਕਟੀਕਲੀ ਮੂਵਮੈਂਟ ਹੋਣਾ, ਆਪਣਾ ਜਿਹੜਾ ਉਹਨਾਂ ਦੀ ਕਮਿਟਮੈਂਟ ਹੈ, ਜਿਹੜੀ ਰਿਲੀਜੀਅਸ ਕਮਿਟਮੈਂਟ ਹੈ, ਉਸ ਤੋਂ ਹਟ ਗਏ ਹੋਏ ਨੇ। ਹਾਂ ਬਿਲਕੁਲ, ਉਹਨਾਂ ਦੇ ਜਿਹੜੇ ਕੰਮ ਨੇ, ਜਿਹੜੇ ਉਹ ਬੇਸ਼ੱਕ ਜਿੰਨੀਆਂ ਮਰਜ਼ੀ ਗੱਲਾਂ ਕਰਨ, ਐਜ਼ ਅ ਸਿੱਖ ਮੈਂ ਵੀ ਕਿੰਨੀਆਂ ਗੱਲਾਂ ਕਰਾਂ ਬੇਸ਼ੱਕ, ਪਰ ਜੇ ਮੇਰੇ ਕੰਮ ਹੀ ਸਿੱਖਾਂ ਵਾਲੇ ਨਹੀਂ ਹੈ, ਜੇ ਮੇਰੇ ਐਕਸ਼ਨਸ ਨੇ, ਦੇ ਸਪੀਕ ਲਾਊਡਰ ਵਾਟਐਵਰ ਆਈ ਸੇ। ਬੇਸ਼ੱਕ ਮੈਂ ਕਿੰਨੀ ਚੰਗੀ ਗੱਲ ਕਰ ਲਾਂ, ਹੁਣ ਮੋਦੀ ਵੀ ਇੰਨੀਆਂ ਚੰਗੀਆਂ ਗੱਲਾਂ ਕਰ ਰਿਹਾ, ਕਹਿ ਰਹੇ ਨਾ ਸਾਰੇ ਕਿਤੋਂ ਲਿਖਵਾ ਕੇ ਲੈ ਆਇਆ ਉਹਨੂੰ, ਅਗਲਿਆਂ ਨੇ ਰੋਬੋਟ ਨੂੰ ਤਿਆਰ ਕਰਾਤਾ, ਸੌਰੀ ਫॉर द वर्ड्स ਬਟ ਦੈਟ ਇਜ਼ ਵਾਟ ਇਟ ਇਜ਼, ਐਵਰੀਬਾਡੀ ਨੋਜ਼ ਕਿ ਉਹ ਤਿਆਰੀ ਕਿਤੇ ਹੋਰ ਹੁੰਦੀ, ਉਹਨੇ ਕਹਿਣਾ ਕੀ ਹੁੰਦਾ, ਐਕਟਿੰਗ ਕਰਨੀ ਹੁੰਦੀ, ਮੁੜ ਕੇ ਤੁਰ ਜਾਂਦਾ। ਹੁਣ ਉਹ ਲੰਮੀ ਚਿੱਟੀ ਦਾੜੀ ਕਰਕੇ ਵਾਲ, ਉਹ ਕੋਈ ਰਵਿੰਦਰਨਾਥ ਟੈਗੋਰ ਤੇ ਬਣਨ ਨਹੀਂ ਲੱਗਾ, ਉਹ ਵੀ ਉਹਨਾਂ ਦਾ ਹੀ ਬੰਦਾ ਸੀ। ਨਹੀਂ ਲੇਕਿਨ ਪੜਿਆ ਲਿਖਿਆ ਭੈਣ ਜੀ ਇੱਕ ਚੀਜ਼ ਤੇ ਹੈ ਨਾ, ਉਹ ਆਂਦਿਆਂ ਹੋਇਆ ਉਹਨਾਂ ਨੇ ਦਾੜੀ ਥੋੜੀ ਜਿਹੀ ਛੋਟੀ ਤੇ ਕਰਾਈ ਹੈ, ਠੀਕ ਕਰਾਈ, ਤਰਾਸ਼ਿਆ ਉਹਨੂੰ, ਇਹਨਾਂ ਦੇ ਨਾ ਕਹੋ ਅੱਗੇ ਬੜਾ ਸਮਾਰਟ ਬਣ ਗਿਆ ਹੈ। ਆਹੋ ਫਿੱਟ ਕਰਨੀ ਹੁੰਦੀ, ਉਹਨੇ ਕਦੀ 10 ਲੱਖ ਦਾ ਸੂਟ ਪਾ ਲੈਂਦਾ ਹੈ, ਕਦੀ ਸਿਰ ਤੇ ਉਹ ਗੋਲ ਰਾਜਸਥਾਨੀਆਂ ਦੀ, ਉਹੀ ਉਹ ਐਕਟਰਾਂ ਦਾ ਇਹ ਕੰਮ ਹੁੰਦਾ, ਪਰ ਉਹ ਇੱਕ ਰੋਬੋਟ ਹੈ। ਉਹਨੇ ਮਤਲਬ ਜੋ ਉਹਨੂੰ ਪੜਿਆ ਪੜਾਇਆ ਗਿਆ ਹੈ, ਉਹਦੇ ਪਿੱਛੇ ਸਾਰਾ ਭਾਰਤ ਦਾ ਸਾਰਾ ਪੈਸਾ, ਸਾਰੇ ਕਾਰਪੋਰੇਟਸ ਦਾ ਤੇ ਸਾਰੇ ਦਿਮਾਗ ਉਹਦੇ ਨਾਲ ਲੱਗੇ ਨੇ ਕਿ ਉਹਨਾਂ, ਕਿਉਂਕਿ ਰਾਜ ਪਿੱਛੇ ਉਹ ਕਰ ਰਹੇ, ਮੋਹਰਾ ਉਹ ਹੈ। ਸੋ ਗੱਲ ਇਹ ਹੈਗੀ ਹੈ ਕਿ ਅਸੀਂ ਸਾਰੇ, ਤੁਸੀਂ ਮੈਨੂੰ ਗੱਲ ਕੀਤੀ ਸੀ, ਅਸੀਂ ਸਾਰੇ ਐਜ਼ ਅ ਕਾਉਂਸਲ, ਸਾਡੇ ਕੰਮ ਹੀ ਸਾਰੇ ਜਿਹੜੇ ਆਊਟਰੀਚ ਦੇ ਹੈਗੇ ਆ ਵੀਰ ਜੀ ਕਮਨੀਤੇ, ਅਸੀਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਸੀ, ਜੇ ਅਸੀਂ ਬੁਲਿੰਗ ਤੇ ਕੰਮ ਕਰ ਰਹੇ ਹਾਂ ਤੇ ਵੀ ਆਰ ਆਊਟਰੀਚਿੰਗ ਐਵਰੀਬਾਡੀ, ਆਲ ਅਮਰੀਕਨਸ, ਸਪੈਸ਼ਲੀ ਅਸੀਂ ਅਮਰੀਕਾ ਚ ਆ। ਅਸੀਂ ਇਹ ਨਹੀਂ ਵੇਖਣਾ ਕਿ ਮੁਸਲਿਮ ਬੱਚੇ ਦੀ ਬੁਲਿੰਗ ਹੋ ਰਹੀ ਹੈ, ਕਿ ਸਿੱਖ ਦੀ ਹੋ ਰਹੀ ਹੈ, ਕਿ ਹਿੰਦੂ ਦੀ ਹੋ ਰਹੀ ਹੈ। ਹਰ ਬੱਚੇ ਦੀ ਜਿਹਦੀ ਬੁਲਿੰਗ ਹੋ ਰਹੀ ਹੈ, ਔਰਤ ਦੀ ਹੋ ਰਹੀ ਹੈ ਜਾਂ ਮਰਦ ਦੀ ਹੋ ਰਹੀ ਹੈ ਜਾਂ ਕਮਜ਼ੋਰ ਦੀ ਹੋ ਰਹੀ ਹੈ, ਉਹਦੇ ਲਈ ਕੰਮ ਕੀਤਾ ਹੈ। ਐਂਡ ਵੀ ਰੀਚ ਆਊਟ ਟੂ ਐਵਰੀਬਾਡੀ। ਦੂਜੀ ਗੱਲ, ਜੇ ਅਸੀਂ ਸਕਾਊਟਿੰਗ ਤੇ ਕੰਮ ਕੀਤਾ ਵੀ ਤੁਸੀਂ ਸਕਾਊਟ ਬਣੋ, ਤੁਹਾਡੇ ਕੋਲ ਡਿਸਿਪਲਿਨ ਹੋਵੇ, ਤੁਹਾਡੇ ਕੋਲ ਫੌਜੀ ਡਿਸਿਪਲਿਨ ਹੋਣਾ। ਹੁਣ ਕਿਹੜਾ ਮੁਸਲਮਾਨ ਕਹੇਗਾ ਕਿ ਮੁਹੰਮਦ ਸਾਹਿਬ ਤੈਨੂੰ ਨਹੀਂ ਕਹਿਣਗੇ ਕਿ ਤੇਰੇ ਕੋਲ ਫੌਜੀ ਡਿਸਿਪਲਿਨ ਹੋਵੇ? ਇੰਨਾ ਡਿਸਿਪਲਿਨ ਉਹ ਕਹਿੰਦੇ ਨੇ, ਤੇਰੀ ਬਾਡੀ ਚ, ਮਾਈਂਡ ਵਿੱਚ ਅਗਰ ਡਿਸਿਪਲਿਨ ਆਇਆ, ਫਿਰ ਤੇਰੀ ਲਾਈਫ ਦੇ ਵਿੱਚ ਡਿਸਿਪਲਿਨ ਆਏਗੀ। ਹੁਣ 5 ਨਮਾਜ਼ਾਂ ਕੀ ਦਿਖਾਉਂਦੀਆਂ, ਠੀਕ ਹੈ ਨਾ ਜੀ? ਤੁਹਾਨੂੰ ਘਰ ਚ ਰਹਿਣਾ, ਬੱਚੇ ਪੈਦਾ ਕਰਨਾ ਕੀ ਸਿਖਾਉਂਦਾ? ਬੰਦਿਆ ਡਿਸਿਪਲਿਨ ਚ ਰਹਿ, ਬੀਬੀ ਤੂੰ ਡਿਸਿਪਲਿਨ ਚ ਰਹਿ, ਤੇਰਾ ਇੱਕ ਸਾਥੀ ਹੈ, ਤੇਰਾ ਇੱਕ ਬੱਚਾ ਹੈਗਾ, ਤੂੰ ਇਹਦੇ ਨਾਲ ਆਪਣਾ ਜੀਵਨ ਬਿਤਾ, ਹੋਰ ਬਾਹਰ ਜਾ ਕੇ ਇੱਧਰ ਉੱਧਰ ਕੁਝ ਨਹੀਂ ਕਰਨਾ। ਐਸੇ ਤਰ੍ਹਾਂ ਸਾਡੇ ਗੁਰੂ ਸਾਹਿਬ ਨੇ, ਕਿਉਂਕਿ ਸਾਰੇ ਹੀ ਗੁਰੂ ਸਾਹਿਬ ਗ੍ਰਸਤੀ ਨੇ, ਔਰ ਸਾਨੂੰ ਗ੍ਰਸਤ ਵਿੱਚ ਰਹਿਣਾ, ਔਰ ਪਰਮਾਤਮਾ ਸਭ ਤੋਂ ਵੱਡਾ ਗ੍ਰਸਤੀ ਹੈ, ਵਾਹਿਗੁਰੂ ਅੱਲਾ ਪਰਮਾਤਮਾ। ਅੱਛਾ, ਹੁਣ ਜਿਹੜੇ ਸਾਡੇ ਕੰਮ ਨੇ, ਜੇ ਹੁਣ ਅਸੀਂ ਐਮਪਾਵਰਿੰਗ ਦ ਵੂਮਨ, ਮੈਂ ਜਾਣੀ ਆ, ਮਤਲਬ ਆਈ ਗੋ ਫॉर ਟਾਕਸ ਆਲ ਓਵਰ, ਜਿੱਥੇ ਵੀ, ਉੱਥੇ ਕੀ ਹੈ, ਹਰ ਔਰਤ ਇੰਪਾਵਰ ਹੋਵੇ, ਘਰ 'ਚ ਵੀ ਇੰਪਾਵਰ ਹੋਵੇ, ਉਹਦੇ ਕੋਲ ਸਕਿੱਲਸ ਵੀ ਦੁਨੀਆ ਭਰ ਦੀਆਂ, ਹੁਣ ਤਾਂ ਹੀ ਤਾਂ ਉਹਦੀ ਔਲਾਦ ਜ਼ਬਰਦਸਤ ਹੋਏਗੀ, ਵਰਨਾ ਉਹਦੀ ਔਲਾਦ ਕੀ ਹੋਏਗੀ? ਉਹਦੇ ਕੋਲ ਦਿਮਾਗ ਵੀ ਨਹੀਂ ਠੀਕ ਹੈਗਾ, ਉਹਦੇ ਕੋਲ ਹਿੰਮਤ ਵੀ ਨਹੀਂ ਹੈਗੀ, ਉਹਦੇ ਕੋਲ ਜਜ਼ਬਾ ਵੀ ਨਹੀਂ ਹੈਗਾ, ਉਹਦੇ ਕੋਲ ਦੀਨ ਦੀ ਕੋਈ ਨੌਲੇਜ ਵੀ ਨਹੀਂ ਹੈਗੀ, ਉਹ ਕੀ ਦੇਗੀ ਆਪਣੇ ਬੱਚਿਆਂ ਨੂੰ? ਚਲੋ ਮੈਂ ਗੁਰਦਾਸ ਭਾਜੀ, ਇਹ ਜਿਹੜੀ ਹੁਣ ਸੂਰਤ ਹਾਲ ਜਿਸ ਤਰ੍ਹਾਂ ਜਸਵੀਰ ਭੈਣ ਜੀ ਨੇ ਦੱਸੀ ਹੈ, ਇਹਦੇ ਵਿੱਚ ਇਹ ਵੀ ਕਿ ਤੁਹਾਨੂੰ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸਾਂ ਕਿ ਮੁਖਤਲਿਫ ਆਰਗੇਨਾਈਜੇਸ਼ਨਸ ਨਾਲ ਮਿਲ ਕੇ, ਮੈਂ ਇੱਕ ਹਮੇਸ਼ਾ ਗੱਲ ਕਰਦਾ ਹੁੰਦਾ ਸੀ ਉੱਥੇ ਅਮਰੀਕਾ ਦੇ ਵਿੱਚ ਵੀ, ਕਿ ਟੂ ਵਿਨ ਇਟ ਯੂ ਹੈਵ ਟੂ ਬੀ ਇਨ ਇਟ, ਕਿ ਜਿਹੜਾ ਉੱਥੇ ਦਾ ਸਿਸਟਮ ਹੈ, ਅਮਰੀਕਾ ਦਾ ਪੋਲੀਟੀਕਲ ਸਿਸਟਮ ਹੈ, ਸੋਸ਼ੋ ਪੋਲੀਟੀਕਲ ਸਿਸਟਮ ਹੈ, ਉਹਦੇ ਵਿੱਚ ਉਸੇ ਤਰ੍ਹਾਂ ਐਕਟਿਵ ਤਰੀਕੇ ਨਾਲ ਕੰਮ ਕਰਨਾ ਪਏਗਾ ਤਾਂ ਕਿ ਤੁਸੀਂ ਉਸ ਸਿਸਟਮ ਦਾ ਹਿੱਸਾ ਬਣ ਕੇ ਇਹਨਾਂ ਲੋਕਾਂ ਦਾ ਮੁਕਾਬਲਾ ਕਰ ਸਕੋ। ਕਿਉਂਕਿ ਤੁਸੀਂ ਵੀ ਓਹਾਇਓ ਵਿੱਚੋਂ, ਔਰ ਓਹਾਇਓ ਜੈਸੀ ਸਟੇਟਸ ਤੇ ਜਿਹੜੀਆਂ ਨੇ ਬੜੀਆਂ ਇੰਪੋਰਟੈਂਟ, ਜਿਹੜੀਆਂ ਸਵਿੰਗ ਸਟੇਟਸ ਨੇ ਖਾਸ ਤੌਰ ਤੇ, ਇਹ ਤੇ ਬਹੁਤ ਇੰਪੋਰਟੈਂਟ ਨੇ। ਅਗਰ ਇੱਥੇ ਤੁਸੀਂ ਆਪਣੀ ਪੋਪੂਲੇਸ਼ਨ ਨੂੰ ਕੰਟਰੋਲ ਕਰ ਲੈਂਦੇ ਹੋ ਔਰ ਅੱਛੇ ਤਰੀਕੇ ਨਾਲ ਉਹਨਾਂ ਨੂੰ ਐਨਰਜਾਈਜ਼ ਕਰ ਲੈਂਦੇ ਹੋ, ਤੇ ਯੂ ਕੈਨ ਮੇਕ ਐਨ ਇੰਪੈਕਟ। ਡੂ ਯੂ ਐਗਰੀ ਵਿਦ ਇਟ? ਹਾਂਜੀ ਬਿਲਕੁਲ, ਕਿਉਂਕਿ ਅਸੀਂ ਐਜ਼ ਅਮਰੀਕਨ ਸਿੱਖ ਕਾਉਂਸਲ, ਅਸੀਂ ਵੀ ਟੇਕ ਪਾਰਟ ਇਨ ਇੰਟਰਫੇਥ ਕਾਨਫਰੰਸਿਸ, ਸਾਰੇ ਨੂੰ ਰਿਲੀਜੀਅਸ ਨੂੰ, ਮੈਂ ਇੱਥੇ ਪ੍ਰੈਜ਼ੀਡੈਂਟ ਹਾਂ ਇੰਟਰਫੇਥ ਕਾਨਫਰੰਸ ਆਫ ਰਿਲੀਜਨ ਦਾ ਕਲੀਵਲੈਂਡ ਦੇ ਵਿੱਚ, ਤੇ ਅਸੀਂ ਹਰ ਸਾਲ ਦੇ ਵਿੱਚ 2 ਦਫਾ ਤਕਰੀਬਨ ਕਾਨਫਰੰਸਿਸ ਕਰਦੇ ਹਾਂ, ਤੇ ਜਿਹਦੇ ਵਿੱਚ ਸਾਰੇ ਅਸੀਂ ਬਾਹਰ ਬੁਲਾਉਣੇ ਆ, ਕ੍ਰਿਸਚਨਸ, ਮੁਸਲਿਮਸ, ਹਿੰਦੂਸ, ਜੈਨਸ, ਤੇ ਦੇ ਆਲ ਸਪੀਕ ਔਨ ਵਨ ਟੌਪਿਕ, ਤੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਗੱਲਬਾਤ ਕਰਦੇ ਹਾਂ। ਸੋ ਸਾਡਾ ਕੰਮ ਇਹੀ ਹੈ ਕਿ ਅਸੀਂ ਸਾਰਿਆਂ ਨੂੰ ਮਿਲ ਕੇ ਇਕੱਠੇ ਕਰਦੇ ਹਾਂ, ਜੋ ਵੀ ਅਸੀਂ ਕੰਮ ਕਰਨਾ, ਵੀ ਆਲਵੇਜ਼
ਇਨਵਾਈਟ ਐਵਰੀਬਾਡੀ ਐਂਡ ਕੰਬਾਈਨ ਟੁਗੇਦਰ ਤਾਂ ਕਿ ਸਾਰਿਆਂ ਦਾ ਇਕੱਠਾ ਇੱਕ ਗੱਲਬਾਤ ਚੱਲ ਸਕੇ। ਤੇ ਠੀਕ ਦਿਸ ਇਜ਼ ਵਾਟ ਵੀ ਆਰ ਡੂਇੰਗ। ਹੁਣ ਭਾਜੀ ਕਵਨੀਤ ਸਿੰਘ ਨੇ ਤੇ ਅਸੀਂ ਹੁਣ ਵੀ ਅਸੀਂ ਅਰੇਂਜ ਕਰ ਰਹੇ ਹਾਂ ਇੱਥੇ ਕਾਨਫਰੰਸ। ਸਾਡੇ ਪਾਸ ਕ੍ਰਿਸਚਨ ਚਰਚ ਤੋਂ ਆ ਰਹੇ ਨੇ ਬੰਦੇ ਤੇ ਅਸੀਂ ਅੱਛਾ। ਕਾਨਫਰੰਸ ਕਰਨ ਵਾਸਤੇ ਕਲੀਵਲੈਂਡ 'ਚ ਅਸੀਂ ਅਰੇਂਜ ਕਰ ਰਹੇ ਹਾਂ ਤੇ ਬੈਠ ਕੇ ਇਹੀ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਨੇ ਅਸੀਂ ਸਾਰੀਆਂ ਹਾਂ, ਗੱਲਾਂ। ਬਿਲਕੁਲ ਠੀਕ ਹੈ। ਕਵਨੀਤ ਭਾਜੀ, ਜਿਸ ਤਰ੍ਹਾਂ ਗੱਲ ਕੀਤੀ ਗੁਰਦਾਸ ਜੀ ਨੇ ਕਿ ਉਹਨਾਂ ਨੂੰ ਤੁਸੀਂ ਮੁਖਤਲਿਫ ਲੋਕਾਂ ਨੂੰ ਬੁਲਾ ਕੇ ਗੱਲ ਕਰਦੇ ਹੋ। ਦੇਖੋ ਹੁਣ ਇਹ ਬੇਸਿਕਲੀ ਜਿਹੜੀ ਮਿਨੋਰਿਟੀਜ਼ ਨੇ, ਮੇਰਾ ਖਿਆਲ ਹੈ ਕਿ ਉਹਨਾਂ ਦਾ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਉਹਨਾਂ ਦੇ ਉੱਤੇ, ਕਿਉਂਕਿ ਅਗਰ ਅਮਰੀਕਾ ਦੇ ਵਿੱਚ ਵੀ ਔਰ ਈਵਨ ਇੰਡੀਆ ਦੇ ਵਿੱਚ ਵੀ ਅਗਰ ਮਿਨੋਰਿਟੀਜ਼ ਇਕੱਠੀਆਂ ਨਹੀਂ ਹੋਣਗੀਆਂ ਤੇ ਉਸੇ ਤੱਕ ਕੋਈ ਇੰਪੈਕਟ ਨਹੀਂ ਪਏਗਾ। ਮਸਲਾ ਇਹ ਵੇ ਕਿ ਹਰ ਬੰਦਾ ਜਿਹੜਾ ਹੈ, ਮਿਨੋਰਿਟੀ ਦਾ ਸਭ ਤੋਂ ਵੱਡਾ ਪ੍ਰੋਬਲਮ ਹੈ ਵੇ ਕਿ ਉਹ ਆਪਣੇ ਚੱਕਰਾਂ ਦੇ ਵਿੱਚ, ਆਪਣੇ ਕਕੂਨਸ ਦੇ ਇੰਨੇ ਬੰਦ ਨੇ ਕਿ ਉਹ ਇੱਕ ਵੱਡੇ ਥ੍ਰੈਟ ਨੂੰ ਉਸ ਤਰ੍ਹਾਂ ਸਮਝ ਨਹੀਂ ਰਹੇ ਕਿ ਇੱਕ ਬਹੁਤ ਵੱਡਾ ਥ੍ਰੈਟ ਜਿਹੜਾ ਹੈ ਨਾ, ਐਲੀਫੈਂਟ ਇਨ ਦ ਰੂਮ ਆ ਚੁੱਕਿਆ ਹੋਵੇ, ਤੇ ਉਸ ਨੂੰ ਠੀਕ ਕਰਨਾ, ਉਹਨੂੰ ਹੈਂਡਲ ਕਰਨਾ, ਉਹਦੇ ਵਾਸਤੇ ਇੱਕ ਬੜੀ ਜ਼ਬਰਦਸਤ ਸਟ੍ਰੈਟਜੀ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਜਸਬੀਰ ਭੈਣ ਜੀ ਨੇ ਕਿਹਾ, ਉਸ ਤਰ੍ਹਾਂ ਰੀਚ ਆਊਟ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਜੀ? ਆਈ ਥਿੰਕ ਸਾਰ ਭਾਈ ਤੁਸੀਂ ਕੁਝ ਹੱਦ ਤੱਕ ਤੇ ਸਵਾਲ ਦੇ ਵਿੱਚ ਹੀ ਤੁਸੀਂ ਕੁਝ ਜਵਾਬ ਦੇ ਦਿੱਤੇ ਨੇ, ਬਟ ਐਕਸਪੈਂਡ ਔਨ ਦੈਟ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇੱਥੇ ਬਲੈਕ ਲਾਈਵਸ ਮੂਵਮੈਂਟ ਹੋਈ ਸੀ ਸਾਲ 2 ਸਾਲ ਪਹਿਲਾਂ, ਨਾਲ ਹੀ ਕਿਸਾਨ ਮੂਵਮੈਂਟ ਜਿਹੜੀ ਉੱਥੇ ਪੰਜਾਬ ਤੋਂ ਉੱਭਰੀ ਹੈ ਹੁਣ, ਨੇਸ਼ਨ ਵਾਈਡ ਉੱਥੇ ਹੋ ਕੇ ਤੇ ਹੁਣ ਵਰਲਡ ਵਾਈਡ ਲੋਕਾਂ ਨੂੰ ਪਤਾ ਲੱਗੀ ਜਾ ਰਿਹਾ ਦਿਨ ਬਾਏ ਦਿਨ। ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਨ ਸਕਸੈਸ਼ਨ, ਇਹਦੇ ਨਾਲ ਇੱਕ ਬੜੀ ਐਂਟੀਜੀ ਆਫ ਕੋਰਸ ਕੋਵਿਡ, ਇਹ ਤਿੰਨ ਚੀਜ਼ਾਂ ਨਾ ਇੱਕ ਬੜਾ ਚੰਗਾ ਕੰਮ ਮੇਰੇ ਹਿਸਾਬ ਨਾਲ ਨਿਕਲਿਆ। ਉਹ ਇਹ ਹੈ ਕਿ ਜਿਹੜੀ ਤੁਸੀਂ ਗੱਲ ਜ਼ਿਕਰ ਕਰ ਰਹੇ ਸੀ ਕਿ ਆਪਣੇ ਆਪਣੇ ਕੋਕੂਨਸ 'ਚ ਨੇ, ਪਤਾ ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ, ਜਿਹੜਾ ਇੰਟਰੈਕਸ਼ਨ ਹੈਗਾ ਅਕ੍ਰੋਸ ਫੇਥ ਲਾਈਨਸ, ਅਕ੍ਰੋਸ ਰਿਲੀਜੀਅਸ ਲਾਈਨਸ, ਰੇਸ ਲਾਈਨਸ, ਕਾਸਟ ਲਾਈਨਸ, ਜੋ ਵੀ ਹੈ ਉਹਦੇ ਸਾਰੀਆਂ ਜਿਹੜੀਆਂ ਹੈਗੀਆਂ ਡਿਮਾਰਕੇਸ਼ਨਸ, ਉਹਨੂੰ ਕ੍ਰਾਸ ਕਰਕੇ ਅਸੀਂ ਤਾਂ ਜੋ ਕਰ ਰਹੇ ਕਰ ਹੀ ਰਹੇ ਹਾਂ, ਬਟ ਜਿਹੜਿਆਂ ਨੂੰ ਅਸੀਂ ਵੀ ਬੀਨ ਰੀਚਿੰਗ ਆਊਟ ਪਿਛਲੇ 2-4 ਸਾਲਾਂ ਦੇ ਵਿੱਚ, ਉਹ ਹੁਣ ਸਡਨਲੀ ਸਾਨੂੰ ਰਿਸਪੌਂਡ ਕਰਨ ਲੱਗ ਪਏ ਨੇ। ਜਿੱਦਾਂ ਕੁਝ ਮੁਸਲਿਮ ਗਰੁੱਪ ਹੋ ਗਏ, ਦਲਿਤ ਗਰੁੱਪ ਹੋ ਗਏ, ਸਾਊਥ ਇੰਡੀਅਨ ਗਰੁੱਪ ਜਿਹੜੇ ਭੈਣ ਜੀ ਅੱਗੇ ਮੈਂਸ਼ਨ ਕਰ ਰਹੇ ਸੀ, ਕੁਝ ਹਿਊਮਨ ਰਾਈਟਸ ਵਾਲੇ, ਕੁਝ ਹਿੰਦੂ ਗਰੁੱਪ ਨੇ, ਕੁਝ ਹੋਰ ਵਗੈਰਾ ਵੀ ਕਈ ਗਰੁੱਪ ਆ, ਲੌਂਗ ਲਿਸਟ ਆਫ ਗਰੁੱਪਸ, ਪਰ ਉਹ ਸਾਰਿਆਂ ਨੇ ਹੁਣ ਸਮਝ ਆ ਗਈ ਹੈ ਤੇ ਜਿਹੜਾ ਰਿਲੇਸ਼ਨਸ਼ਿਪ ਬਿਲਡਿੰਗ ਹੈ ਉਹ ਥੋੜਾ ਟਾਈਮ ਲੱਗਦਾ, ਕਿਉਂਕਿ ਜਿਹੜਾ ਉਥੋਂ ਦਾ ਜਿਹਨੂੰ ਕਹਿੰਦੇ ਨਾ ਗਲਵਾ ਬਿਪਰ ਦਾ ਜਿਹੜਾ ਬਾਹਮਣਵਾਦ ਹੈਗਾ, ਉਹ ਹਮੇਸ਼ਾ ਇਹ ਰਿਹਾ ਹੈ ਕਿ ਡਿਵਾਈਡ ਐਂਡ ਰੂਲ, ਤੇ ਉਹ ਡਿਵਾਈਡ ਐਂਡ ਰੂਲ ਹੈਗੀ ਹੈ ਕਿ ਕਿਸੇ ਨੂੰ ਇਕੱਠੇ ਨਾ ਹੋਣ ਦਿਓ ਤੁਸੀਂ, ਤਾਂ ਹੀ ਉਹ ਕਾਸਟ ਸਿਸਟਮ ਹੈਗਾ, ਤਾਂ ਹੀ ਉਹ ਹੋਰ ਉਹਦੇ ਵਿੱਚ ਇਹਨੇ ਬਾਈਫਿਕੇਸ਼ਨਸ ਪਾਈਆਂ ਹੋਈਆਂ ਨੇ, ਉਹ ਦੈਟ ਇਜ਼ ਪਰਮੀਏਟਡ ਅਕ੍ਰੋਸ ਰਿਲੀਜੀਅਸ ਲਾਈਨਸ। ਉਹਨੂੰ ਹੁਣ ਚੇਂਜ ਕਰਨ ਵਾਸਤੇ ਟਾਈਮ ਲੱਗਦਾ ਸੀ। ਅਮਰੀਕਾ 'ਚ ਹੈਗੇ ਹੈ ਤੇ ਇੱਥੇ ਦਿਸ ਮੋਰ ਫ੍ਰੀ ਥਿੰਕਿੰਗ, ਕ੍ਰਿਟੀਕਲ ਥਿੰਕਿੰਗ, ਤੁਹਾਨੂੰ ਸਾਹ ਆ ਜਾਂਦਾ ਇੱਥੇ ਸੋਚਣ ਦਾ। ਸੋ ਆਈ ਥਿੰਕ ਹੌਲੀ ਹੌਲੀ ਚੇਂਜ ਆ ਰਿਹਾ, ਉਹ ਕਿੰਨੀ ਸਪੀਡ ਦੇ ਨਾਲ ਅਸੀਂ ਉਸ ਚੇਂਜ ਨੂੰ proceed to progress ਕਰ ਸਕਦੇ ਹਾਂ, I think that depends on each one of us। ਅਸੀਂ ਇਕੱਠੇ ਹੋ ਕੇ ਰਲ ਕੇ ਜਿਹੜਾ ਤੱਕ ਥੋੜਾ ਜਿਹਾ ਜਿਹਨੂੰ ਕਹਿੰਦੇ ਨੇ ਹੱਲਾ ਮਾਰੀਏ, ਤੇ ਉਹਦੇ ਨਾਲ I think collectively ਜਿਹੜਾ ਉੱਥੇ oppression ਹੋ ਰਿਹਾ ਉਹਦੇ ਉੱਤੇ ਅਸੀਂ ਪੁਸ਼ ਬੈਕ ਕਰ ਸਕਦੇ ਹਾਂ, but only time will tell। ਅਸੀਂ ਆਪਣੇ ਵੱਲੋਂ ਕੰਮ ਕਰ ਰਹੇ ਹਾਂ ਉੱਤੇ। ਚਲੋ, ਇਹ ਤਾਂ ਬੜੀ ਅੱਛੀ ਗੱਲ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਮੇਰੀ ਦੁਆ ਵੀ ਹੈ, ਔਰ ਅਸੀਂ ਜਿਤਨੀ ਵੀ ਕੋਸ਼ਿਸ਼ ਕਰ ਸਕਾਂਗੇ ਉਹ ਜ਼ਰੂਰ ਕਰਾਂਗੇ, ਕਿਉਂਕਿ ਇਹ ਸਾਡੇ ਸਭ ਦੇ ਵਾਸਤੇ ਇੱਕ ਮਸਲਾ ਹੈ। ਔਰ ਈਵਨ ਅਗਰ ਦੇਖਿਆ ਜਾਏ ਇੰਡੀਅਨ ਸੋਸਾਇਟੀ ਵਾਸਤੇ ਵੀ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਉੱਥੇ ਇਹੋ ਜਿਹੀਆਂ ਚੀਜ਼ਾਂ ਖਤਮ ਹੋਣ, ਉੱਥੇ ਤਮਾਮ ਲੋਕ ਜਿਹੜੇ ਨੇ ਇਨਕਲੂਸਿਵ ਇੱਕ ਫੀਲਿੰਗ ਜਿਹੜੀ ਉਹਨਾਂ ਦੀ ਚਾਹੇ, ਉਹ ਸਾਰੇ ਮਿਲ ਕੇ ਕੰਮ ਕਰਨ। ਇਸ ਤਰ੍ਹਾਂ ਅਮਰੀਕਾ ਦੇ ਵਿੱਚ ਮਿਨੋਰਿਟੀਜ਼ ਜਿਹੜੀਆਂ ਨੇ ਉਹ ਇਕੱਠੀਆਂ ਕੰਮ ਕਰ ਸਕਣ। ਤੇ ਬਹੁਤ ਬਹੁਤ ਸ਼ੁਕਰੀਆ, ਵਿਸ਼ ਯੂ ਗੋਡ ਸਪੀਡ ਭੈਣ ਜੀ। ਤੁਸੀਂ ਹੁਣ ਪਹਿਲੀ ਦਫਾ ਐਜ਼ ਪ੍ਰੈਜ਼ੀਡੈਂਟ ਇਸ ਪ੍ਰੋਗਰਾਮ ਵਿੱਚ ਆਏ ਹੋ, ਤੇ ਇਸ ਵਾਸਤੇ ਤੁਹਾਡੇ ਨਾਲ ਜ਼ਿਆਦਾ ਅਸੀਂ ਗੱਲਾਂ ਕੀਤੀਆਂ ਨੇ ਇਸ ਹਵਾਲੇ ਨਾਲ। ਔਰ ਗੁਰਦਾਸ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਔਰ ਕਵਨੀਤ ਭਾਜੀ ਤੁਹਾਡਾ ਤੇ ਖਾਸ ਤੌਰ ਤੇ ਸ਼ੁਕਰੀਆ। ਤੁਸੀਂ ਤੇ ਮਾਸ਼ਾਅੱਲਾ ਹਮੇਸ਼ਾ ਹੀ ਸਾਡੀ ਹਮੇਸ਼ਾ ਮਦਦ ਕਰਦੇ ਹੋ, ਔਰ ਅਸੀਂ ਵੀ ਆਰ ਇਨ ਇਟ ਟੁਗੇਦਰ, ਕਿਉਂਕਿ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਪਏਗਾ। ਤੇ ਬਹੁਤ ਸ਼ੁਕਰੀਆ। ਇੱਕ ਚੀਜ਼ ਤੁਹਾਡਾ ਕਹਿਣਾ ਚਾਹਨੀ ਹਾਂ ਐਂਡ ਦੇ ਉੱਤੇ, ਜੀ ਪਲੀਜ਼। ਕਿ ਅਸੀਂ ਤੇ ਸਾਰੇ ਕਰ ਹੀ ਰਹੇ ਹਾਂ, ਤੁਸੀਂ ਵੀ ਚਲੋ ਮੀਡੀਆ ਵਾਲੇ ਹੋ, ਪਰ ਆਪਣੀ ਕੌਮ ਨੂੰ ਆਪ ਜਗਾਓ। ਇੱਕ ਤੇ ਜਗਾਣਾ ਹੈ, ਦੂਜੀ ਗੱਲ ਹੈ ਕਿ ਹਿੰਮਤ ਆਵੇ। ਜੇ ਹਿੰਮਤ ਹੀ ਨਹੀਂ ਹੈ, ਜਾਗ ਕੇ ਵੀ ਕੀ ਕਰਾਂਗੇ? ਉਹ ਜਾਗਿਆ ਬੰਦਾ ਬਿਸਤਰ 'ਚ ਲੇਟਾ ਰਹੇ ਤੇ ਉਹਦੇ ਜਾਗਣ ਦਾ ਕੋਈ ਫਾਇਦਾ ਵੀ ਨਹੀਂ ਨਾ। ਤੇ ਐਕਸ਼ਨ ਦੀ ਲੋੜ ਹੈ ਕਿ ਬਾਹਾਂ ਆਪਣੀਆਂ ਖੋਲੋ ਤੇ ਲੋਕਾਂ ਨੂੰ ਕਹੋ ਕਿ ਚਲੋ ਮਿਲ ਕੇ ਅਸੀਂ ਸਾਰੇ ਜਾਣੇ ਏਡੇ ਵੱਡੇ ਇਸ ਜਿਹੜਾ ਸਾਡੇ ਉੱਤੇ ਪਹਾੜ ਡਿੱਗਣ ਵਾਲਾ, ਇਹਦੇ ਅਸੀਂ ਮੁਕਾਬਲਾ ਕਰੀਏ, ਤਾਂ ਕਿ ਸਾਰੀ ਕਾਇਨਾਤ, ਸਾਰਾ ਸੰਸਾਰ ਜਿਹੜਾ ਉਹ
ਸੁਖੀ ਹੋਵੇ, ਸਾਡੀ ਆਉਣ ਵਾਲੀ ਨਸਲ ਜਿਹੜੀ ਆ ਹਾਂਜੀ। ਉਹ ਥੋੜੇ ਜਿਹੇ ਚੰਗੇ ਸੰਸਾਰ ਦੇ ਵਿੱਚ ਵੱਡੀ ਹੋਵੇ ਜੀ। ਇਹ ਬਹੁਤ ਇੰਪੋਰਟੈਂਟ ਗੱਲ ਕੀਤੀ, ਕਿਉਂਕਿ ਸਾਡਾ ਜਿਹੜਾ ਬੇਸਿਕ ਕਰਜ਼ ਜਿਹੜਾ ਅਸੀਂ ਦੇਣਾ ਹੈ ਉਹ ਤੇ ਅਗਲੀ ਨਸਲ ਨੂੰ ਜਾ ਕੇ ਦੇਣਾ ਕਿ ਅਸੀਂ ਕਿਹੋ ਜਿਹਾ ਮੁਲਕ, ਕਿਹੋ ਜਿਹਾ ਮੁਆਸ਼ਰਾ ਉਹਨਾਂ ਨੂੰ ਦੇ ਕੇ ਜਾਵਾਂਗੇ ਅਸੀਂ। ਬਿਲਕੁਲ। ਤੇ ਬਹੁਤ ਬਹੁਤ ਸ਼ੁਕਰੀਆ ਜੀ ਜਸਬੀਰ ਭੈਣ ਜੀ, ਗੁਰਦਾਸ ਭਾਜੀ ਤੁਹਾਡਾ ਬਹੁਤ ਸ਼ੁਕਰੀਆ, ਕਵਨੀਤ ਜੀ ਥੈਂਕ ਯੂ ਵੈਰੀ ਮਚ। ਤੁਹਾਡਾ ਬਹੁਤ ਜੀ ਧੰਨਵਾਦ ਤੁਹਾਡਾ, ਰਹੇਗਾ ਜੀ, ਥੈਂਕ ਯੂ ਵੈਰੀ ਤੁਹਾਨੂੰ ਮਚ। ਰੱਬ ਰੱਖਾ ਜੀ। Thank you.